ਸਭ ਤੋਂ ਪਹਿਲੀ ਚੀਜ਼ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਪੰਜਾਬ ਦਾ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦਾ। ਪੰਜਾਬ ਦੇ ਵਿੱਚ ਹਾਲਾਤ ਇਦਾਂ ਦੇ ਨੇ ਕਿ ਨਿਤ ਦਿਨ ਵੱਡੀਆਂ ਘਟਨਾਵਾਂ ਜਿਹਦੇ ਵਿੱਚ ਅਸੀਂ ਕਹਿ ਲਈਏ ਕਿ ਲੋਕਾਂ ਦੀਆਂ ਜ਼ਮੀਨਾਂ ਕਬਜ਼ਾਉਣ ਨੂੰ ਲੈ ਕੇ ਜਾਂ ਡਾਕਿਆਂ ਤੋਂ ਲੈ ਕੇ ਜਾਂ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਨੇ। ਤਾਂ ਕਾਰਨ ਕਿਉਂ ਨਜ਼ਰ ਕੀ ਆ ਰਿਹਾ, ਮਾਹੌਲ ਇਦਾਂ ਦਾ ਕਿਉਂ ਬਣ ਗਿਆ ਪੰਜਾਬ 'ਚ? ਦੇਖੋ ਜੀ, ਜੀਵਨ ਨੂੰ ਦੇ ਵਿੱਚ ਜੀਣ ਲਈ ਜਾਂ ਜੀਵਨ ਦੇ ਵਿੱਚ ਵਿਚਰਨ ਲਈ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਇੱਕ ਤੇ ਆਬੋ ਹਵਾ ਬਹੁਤ ਅੱਛੀ ਹੋਣੀ ਚਾਹੀਦੀ ਆ, ਜਿਹਨੂੰ ਅਸੀਂ ਕਹੀਏ ਕਿ ਪਾਣੀ, ਹਵਾ ਤੇ ਜ਼ਮੀਨ। ਬਦਕਿਸਮਤੀ ਇਹ ਆ ਕਿ ਕੁਝ ਸਮੇਂ ਦੇ ਵਿੱਚ ਹੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਤੋਂ ਗਰਕ ਹੋ ਗਈ। ਜਿਹੜੀ ਧਰਤੀ ਆ ਉਹਦੇ 'ਚ ਫਰਟੀਲਾਈਜ਼ਰ ਦੇ ਨਾਂ 'ਤੇ ਜ਼ਹਿਰ ਇੰਨਾ ਕੁ ਪਾ ਦਿੱਤਾ ਕਿ ਉਹ ਧਰਤੀ ਬੰਜਰ ਹੋਣ ਦੇ ਕਿਨਾਰੇ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਏਗੀ ਕਿ ਜਿਸ ਗੁਰੂ ਨੇ ਇਹ ਗੱਲ ਕੀਤੀ ਹੋਵੇ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਥਾਤ, ਆਪਾਂ ਉਸ ਫਿਲਾਸਫੀ 'ਤੇ ਨਹੀਂ ਚੱਲ ਸਕੇ। ਜੇ ਕਿਸੇ ਨੂੰ ਇੱਥੇ ਮੌਕਾ ਮਿਲ ਜਾਵੇ ਪੰਜਾਬ ਦੇ ਵਿੱਚੋਂ ਕਿ ਤੁਹਾਨੂੰ ਇੱਥੋਂ ਜੋ ਤੁਹਾਡੇ ਕੋਲ ਪੰਜਾਬ 'ਚ ਹੈਗਾ ਜਾਂ ਇੰਡੀਆ ਦੇ ਵਿੱਚ ਹੈਗਾ ਉਹਨੂੰ ਵੇਚ ਦਿਓ ਅਤੇ ਤੁਹਾਨੂੰ ਅਮਰੀਕਾ ਜਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇਗੀ, ਅਤੇ ਮੇਰੇ ਹਿਸਾਬ ਨਾਲ ਕੋਈ ਇੱਥੇ ਰਹਿਣ ਨੂੰ ਤਿਆਰ। ਪੰਜਾਬ ਦਾ ਜਿਹੜਾ ਮੇਜਰ ਪੋਰਸ਼ਨ ਆ ਜਿਹਦੇ ਵਿੱਚ ਜਿਹਨੂੰ ਆਪਾਂ ਬਹੁਤ ਚੰਗਾ ਏਰੀਆ ਕਹਿ ਦਈਏ ਆਬੋ ਹਵਾ ਵੱਲੋਂ ਜਾਂ ਬਾਇਓਗ੍ਰਾਫਿਕ ਵੱਲੋਂ, ਜਿੱਦਾਂ ਅਫਗਾਨਿਸਤਾਨ ਵਰਗਾ ਏਰੀਆ ਜਾਂ ਪਾਕਿਸਤਾਨ ਦੇ ਕੁਛ ਐਸੇ ਏਰੀਏ ਨੇ ਜਿੱਦਾਂ ਅਬੋਟਾਬਾਦ ਹੈਗਾ, ਜਿੱਥੇ ਕੇਸਰ ਵਰਗੀ ਫਸਲ ਹੁੰਦੀ ਹੋਵੇ, ਜਿੱਥੇ ਅਖਰੋਟ ਲੱਗਦੇ ਹੋਣ, ਉਹ ਸਾਰਾ ਹਿੱਸਾ ਤੁਹਾਡਾ ਪੰਜਾਬ ਤੋਂ ਕੱਟ ਕੇ ਇੱਕ ਦੂਜੇ ਹਿੱਸੇ 'ਤੇ ਜਾਂਦਾ। ਵੈਸੇ ਮੰਨਦੇ ਹੋ ਕਿ ਜਦੋਂ ਅਸੀਂ 47 ਦੀ ਵੰਡ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਵੀ ਜੇ ਅਸੀਂ ਕਹੀਏ ਕਿ ਜਿਹੜੇ ਵਾਅਦੇ ਕਰਕੇ ਪੰਜਾਬ ਨਾਲ ਖਾਸ ਕਰਕੇ ਵਾਅਦੇ ਕੀਤੇ ਗਏ ਸੀਗੇ ਕਿ ਤੁਹਾਨੂੰ ਆਪਣੇ ਤੌਰ 'ਤੇ ਆਜ਼ਾਦੀ ਮਹਿਸੂਸ ਕਰਨ ਦਾ ਪੂਰਾ ਹੱਕ ਮਿਲੂਗਾ, ਅਤੇ ਨਾਲ ਦੇ ਨਾਲ ਇਹੀ ਵਾਅਦੇ ਜਿਹੜੇ ਸੀਗੇ ਉਸ ਵੇਲੇ ਸਾਡੇ ਜਿਹੜਾ ਉੱਪਰ ਹੈਗਾ ਜੰਮੂ ਕਸ਼ਮੀਰ ਉਹਦੇ ਨਾਲ ਵੀ ਹੋਏ ਸੀ, ਪਰ ਹੁਣ ਜਿਹੜੇ ਹਾਲਾਤ ਨੇ ਇਹ ਬਿਲਕੁਲ ਵੱਖਰੇ ਉਸ ਹਾਲਾਤਾਂ ਦੇ ਨਾਲੋਂ ਵੱਖਰੇ ਹੋ ਚੁੱਕੇ ਨੇ ਇਸ ਵੇਲੇ। ਦੇਖੋ, ਬੜੀ ਇਹ ਬਦਕਿਸਮਤੀ ਆ ਪੰਜਾਬ ਦੀ ਕਿ ਪੰਜਾਬ 1947 'ਚ ਕਿਸੇ ਭਰੋਸੇ ਦੇ ਨਾਲ ਠੱਗਿਆ ਗਿਆ। ਪੰਜਾਬ ਨੂੰ ਹੋਰ ਵੱਢਣ ਲਈ, ਹੋਰ ਛੋਟਾ ਕਰਨ ਲਈ ਪੰਜਾਬ ਦੇ ਵਿੱਚੋਂ ਹਰਿਆਣਾ ਕੱਢਿਆ ਗਿਆ, ਭਾਸ਼ਾ ਦੇ ਆਧਾਰ 'ਤੇ ਵੰਡ ਹੋਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਹਿਮਾਚਲ ਕੱਢਿਆ ਗਿਆ, ਔਰ ਉਸ ਤੋਂ ਵੱਡੀ ਬਦਕਿਸਮਤੀ ਕੀ ਆ ਕਿ ਜਿਸ ਪੰਜਾਬ 'ਚੋਂ ਹਿਮਾਚਲ ਕੱਢਿਆ ਗਿਆ ਹੋਵੇ ਉਸ ਹਿਮਾਚਲ ਦੀ ਧਰਤੀ ਨੂੰ ਤੁਸੀਂ ਖਰੀਦ ਨਹੀਂ ਸਕਦੇ। ਪਰ ਨਾਲ ਦੇ ਨਾਲ ਇਹ ਵੀ ਚੀਜ਼ ਸਮਝਣ ਵਾਲੀ ਹੈਗੀ ਹੈ ਕਿ ਜਿਹੜੀ ਅਫਸਰਸ਼ਾਹੀ ਹੁੰਦੀ ਹੈ ਉਹਨੂੰ ਵੀ ਇੱਕ ਬਹੁਤ ਕੀਨ ਰੋਲ ਕਹਿੰਦੇ ਹੁੰਦੇ ਕਿ ਬੜਾ ਅਹਿਮ ਕਿਰਦਾਰ ਜਿਹੜਾ ਨਿਭਾਉਣਾ ਹੁੰਦਾ ਕਿਸੇ ਵੀ ਖਿੱਤੇ ਦੇ ਵਿਕਾਸ ਦੇ ਲਈ। ਤੁਸੀਂ ਮੰਨਦੇ ਹੋ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਨੂੰ ਅਫਸਰ ਇੱਦਾਂ ਦੇ ਹੀ ਦਿੱਤੇ ਗਏ ਜਾਣਬੁੱਝ ਕੇ, ਜਾਂ ਇੱਦਾਂ ਦੇ ਹੀ ਅਫਸਰ ਆਏ ਜਿਹੜੇ ਪੰਜਾਬ ਨੂੰ ਵਧਾਉਣ ਫਲਾਉਣ ਦੇ ਵਿੱਚ ਘੱਟ ਤੇ ਇਸ ਨੂੰ ਲੁੱਟਣ ਜਾਂ ਠੱਗਣ ਦੇ ਵਿੱਚ ਜ਼ਿਆਦਾ ਜ਼ਿੰਮੇਵਾਰ ਰਹੇ? ਦੇਖੋ, ਇਹ ਪ੍ਰੈਜ਼ੈਂਟ ਸਿਨੈਰੀਓ 'ਚ ਮੈਂ ਗੱਲ ਕਰਦਾ, ਫਿਰ ਮੈਂ ਤੁਹਾਨੂੰ ਤੁਹਾਡਾ ਜਿਹੜਾ ਸਵਾਲ ਹੈਗਾ ਉਹਦਾ ਜਵਾਬ ਦਿੰਦਾ। ਇਸ ਵੇਲੇ ਦਾ ਜਿਹੜਾ ਸਿਨੈਰੀਓ ਹੈ ਪੰਜਾਬ ਦਾ ਬੜਾ ਭਿਆਨਕ, ਪਰ ਬਦਕਿਸਮਤੀ ਇਸ ਵੇਲੇ ਪੰਜਾਬ ਦੀ ਇਹ ਆ ਐਡਮਿਨਿਸਟ੍ਰੇਟਿਵ ਦੇ ਤੌਰ 'ਤੇ ਕਿ ਜਿੰਨੇ ਸੀਨੀਅਰ ਆਫਿਸਰਸ ਨੇ ਉਹ ਸਾਰੇ ਕੋਈ ਮਿਸਟਰ ਹੈ, ਕੋਈ ਯਾਦਵ ਹੈ ਜਾਂ ਕੋਈ ਠਾਕਰ ਹੈ, ਉਹ ਸਾਰੇ ਐਸੀ ਬਦਕਿਸਮਤੀ ਕਿ ਸੀਟਾਂ ਪੰਜਾਬ ਦੀਆਂ ਰਾਜ ਸਭਾ ਦੀਆਂ ਤੇ ਨੋਮੀਨੇਸ਼ਨ ਜਿਹੜੀ ਆ ਬਾਹਰ ਦੇ ਦਿੱਲੀ ਦੇ ਜਾਂ ਯੂਪੀ ਦੇ ਜਾਂ ਸੰਜੇ ਸਿੰਘ ਵਰਗੇ ਲੈ ਰਹੇ ਨੇ ਉਹਦੇ ਮੌਤ। ਬੜਾ ਨੇੜੇ ਤੋਂ ਹੋ ਕੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਵਿਚਰਦੇ ਨੇ। ਤਾਂ ਮੈਂ ਸਵਾਲ ਕੀਤਾ ਸੀਗਾ ਕਿ ਅਫਸਰਸ਼ਾਹੀ ਦੀ ਭੂਮਿਕਾ ਕਿਸ ਤਰੀਕੇ ਨਾਲ ਤੁਸੀਂ ਪਿਛਲੇ ਸਮੇਂ ਦੇ ਵਿੱਚ ਡੀਕੋਡ ਕੀਤੀ ਹੈ ਜਾਂ ਕਿਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਅਫਸਰਸ਼ਾਹੀ ਜਿਹੜੀ ਆ ਖਾਸ ਕਰਕੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਅਫਸਰਸ਼ਾਹੀ ਦਾ ਜਿਹੜਾ ਟੋਟਲ ਕੰਟਰੋਲ ਆ UPSC ਦਾ, IAS ਹੋਣ ਜਾਂ IPS ਹੋਣ, ਉਹਨਾਂ ਦੀ ਡਾਇਰੈਕਟ ਕੰਟੈਕਟ ਸੈਂਟਰ ਦੇ ਨਾਲ ਸਿਸਟਮ ਦੇ ਖਿਲਾਫ ਚੱਲਦੇ ਨੇ, ਉਹਨਾਂ 'ਤੇ ਇਲਜ਼ਾਮ ਤੈਅ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸਜ਼ਾ ਵੀ ਦਿੱਤੀ ਜਾਂਦੀ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਇਹ ਸਾਰੇ ਮਾਮਲੇ ਦੇ ਵਿੱਚ ਰੇੜਕਾ ਅੜਿਆ ਕਿੱਥੇ ਹੈਗਾ? ਕਿਉਂਕਿ ਤੁਸੀਂ ਵਕਾਲਤ ਕਰ ਰਹੇ ਹੋ, ਕੇਸ ਲੜ ਰਹੇ ਹੋ, ਤਾਂ ਭਰੋਸੇ ਤੇ ਲਾਰੇ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲਗਾਤਾਰਤਾ ਦੇ ਵਿੱਚ ਮਿਲਦੀਆਂ ਆ ਰਹੀਆਂ, ਕੇਂਦਰ ਸਰਕਾਰ ਵੀ ਦਿੰਦੀ ਰਹੀ ਹੈ। ਮਸਲਾ ਹਾਲੇ ਤੱਕ ਵੀ ਅੜਿਆ ਕਿੱਥੇ ਹੈਗਾ, ਜਾਂ ਹੁਣ ਜਿਹੜੀਆਂ ਰਿਹਾਈਆਂ ਹੋਈਆਂ ਨੇ ਉਹ ਕਿਸ ਤਰੀਕੇ ਨਾਲ ਹੋਈਆਂ? ਇੱਕ ਬੜੀ ਬਦਕਿਸਮਤੀ ਹੈ ਇਸ ਮੁਲਕ ਦੇ ਵਿੱਚ, ਫਿਰ ਜਿਹੜਾ ਸਿੱਖ ਇੱਕ ਮਿਨੋਰਿਟੀ ਦੇ ਤੌਰ 'ਤੇ ਫਿਰ ਉਸੇ ਗੱਲ ਨੂੰ ਸ਼ਿਕਾਰ ਕਰਦੇ ਹਾਂ ਕਿ ਅਸੀਂ ਇਹ ਗੱਲ ਕਹਿਣਾ ਨਹੀਂ ਚਾਹੁੰਦੇ, ਪਰ ਸਾਡੇ ਨਾਲ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਹੈਗਾ। ਜਦੋਂ ਅਸੀਂ ਟੇਬਲ 'ਤੇ ਸਰਕਾਰ ਦੇ ਨਾਲ ਬੈਠਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਬੰਦਿਆਂ ਨੇ ਜਿਹੜੀ ਸਜ਼ਾ ਕੱਟ ਲਈ ਆ ਤੇ ਤੁਸੀਂ ਇਹਨਾਂ ਨੂੰ ਛੱਡਦੇ ਕਿਉਂ ਨਹੀਂ, ਉਹ ਇੱਕ ਗੱਲ ਕੋਟ ਕਰ ਦਿੰਦੇ ਨੇ ਖਾਸ ਕਰਕੇ ਜਗਤਾਰ ਸਿੰਘ ਹਵਾਰਾ ਵਾਸਤੇ ਕਿ ਇਹਨਾਂ ਨੂੰ ਜੀ ਟਿਲ ਡੈਥ ਹੋਈ ਹੈ, ਇਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ।
ਇਹ ਸਾਰੀਆਂ ਚੀਜ਼ਾਂ ਜਿਹੜਾ ਮਾਹੌਲ ਹੈ ਇਸ ਵੇਲੇ ਪੰਜਾਬ 'ਚ ਬਣਿਆ ਹੋਇਆ ਹੈ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇਹ ਵਿਰੋਧੀਆਂ ਦੀ ਤਾਕਤ ਹੈ ਕਿ ਨਵੀਂ ਸਰਕਾਰ ਕਾਮਯਾਬ ਨਾ ਹੋ ਸਕੇ, ਜਾਂ ਫਿਰ ਨਵੀਂ ਸਰਕਾਰ ਦੀ ਪਕੜ ਇੰਨੀ ਮਜ਼ਬੂਤ ਨਹੀਂ ਹੈਗੀ ਕਿ ਇਹ ਲਗਾਤਾਰ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ? ਦੇਖੋ ਇੱਕ ਗੱਲ ਹੈਗੀ ਹੈ, ਇਹਦੇ 'ਚ ਕੋਈ ਦੁਰਾਹਾ ਨਹੀਂ ਹੈਗੀਆਂ। ਪਿਛਲੀ ਸਰਕਾਰ ਦੀਆਂ ਬਹੁਤ ਵੱਡੀਆਂ ਨਾਕਾਮੀਆਂ ਗਲਤੀਆਂ ਨੇ ਜਿਹਦੇ ਕਰਕੇ ਇਹ ਸਰਕਾਰ ਇਸ ਵੇਲੇ ਸਾਬਤ ਹੋਈ ਆ। ਮੈਂ ਬਹੁਤ ਵਾਰੀ ਇਸ ਗੱਲ ਨੂੰ ਰਿਪੀਟ ਕਰਦਾ ਕਿ ਆਮ ਆਦਮੀ ਪਾਰਟੀ 'ਚ ਕੋਈ ਐਸਾ ਗੁਣ ਨਹੀਂ ਸੀ ਕਿ ਉਹ ਪੰਜਾਬ ਦੇ ਵਿੱਚ ਸੱਤਾ 'ਤੇ ਆ ਸਕਦੀ। ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਸੱਤਾ 'ਚ ਇਸ ਕਰਕੇ ਆਈ ਹੈ ਕਿ ਪੁਰਾਣੀਆਂ ਦੋਨੋਂ ਰਵਾਇਤੀ ਪਾਰਟੀਆਂ ਨੇ ਔਗਣ ਇਹਨੇ ਕਰਤੇ ਸੀ, ਉਹਨਾਂ ਔਗਣਾਂ ਦਾ ਫਾਇਦਾ ਇਹਨਾਂ ਨੂੰ ਮਿਲ ਗਿਆ। ਆਖਿਰਕਾਰ ਫਿਰ ਕਮੀ ਕਿੱਥੇ ਹੈ, ਜਾਂ ਅਸੀਂ ਇਸ ਚੀਜ਼ ਤੋਂ ਕਿਵੇਂ ਇਸ ਤਰੀਕੇ ਨਾਲ ਉੱਭਰ ਸਕਦੇ ਹਾਂ ਵੀ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ, ਜਿਹੜੀਆਂ ਪੰਜਾਬ ਨੂੰ ਢਾਲ ਆ ਰਹੀਆਂ ਨੇ, ਇਹਨਾਂ ਤੋਂ ਬਚਿਆ ਕਿਸ ਤਰੀਕੇ ਨਾਲ ਜਾ ਸਕਦਾ ਤੁਹਾਡੇ ਹਿਸਾਬ ਨਾਲ? ਦੇਖੋ ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ IAS ਬਣਨਾ ਜਾਂ IPS ਬਣਨਾ ਬਹੁਤ ਅੱਛੀ ਗੱਲ ਹੈ ਤੁਹਾਡੀ, ਉਹਦੇ ਨਾਲ ਤੁਸੀਂ ਸੁਸਾਇਟੀ ਲਈ ਬਹੁਤ ਵਧੀਆ ਵੈਲਫੇਅਰ ਕਰ ਸਕਦੇ ਹੋ। ਜੇ ਕਿਸੇ ਮਜਬੂਰੀ ਬਸ ਬਾਹਰ ਚਲੇ ਵੀ ਗਏ ਤਾਂ ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ। ਮੈਨੂੰ ਲੱਗਦਾ ਕਿ ਜੇ ਤੁਸੀਂ ਉੱਧਰ ਜਾ ਕੇ ਇੱਕ ਵਧੀਆ ਜ਼ਿੰਦਗੀ ਜੀ ਰਹੇ ਹੋ, ਉਸ ਤੋਂ ਬਾਅਦ ਜੇ ਇਨਵੈਸਟ ਕਰਨ ਦਾ ਮੌਕਾ ਮਿਲਦਾ ਤਾਂ ਪੰਜਾਬ ਵਿੱਚ ਉਸ ਤਰੀਕੇ ਨਾਲ ਇਨਵੈਸਟ ਕਰਕੇ ਪੰਜਾਬ ਨੂੰ ਓਪਰਚੁਨਿਟੀਜ਼ ਹੈਗੀਆਂ ਨੇ। ਅਸੀਂ ਹੁਣ ਜਦੋਂ ਅਸੀਂ ਸਟੂਡੈਂਟ ਸੀ ਸਾਡੇ ਕੋਲ ਬੜੇ ਵਧੀਆ ਮੌਕੇ ਸੀ ਕਿ ਅਸੀਂ ਉੱਥੇ ਬੜੀ ਅੱਛੀ ਲਾਈਫ ਰਹਿ ਸਕਦੇ ਸੀ, ਪਰ ਅਸੀਂ ਇੱਕ ਦਿਨ 'ਚ ਇਹ ਗੱਲ ਤਈਆ ਕੀਤਾ ਸੀ ਕਿ ਜਿਨ੍ਹਾਂ ਸਕੂਲਾਂ 'ਚ ਪੜ੍ਹੇ ਆ, ਜਿਨ੍ਹਾਂ ਮੁਲਕ ਜਿਹੜੇ ਸੂਬੇ ਲਈ ਅਸੀਂ ਤਰੱਕੀ ਕਰਨ ਦੀ ਚਾਹ ਰੱਖੀ ਆ, ਅਸੀਂ ਉਸ ਸੂਬੇ ਲਈ ਜ਼ਰੂਰ ਕਿਸੇ ਦਿਨ ਕੰਮ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਾ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਸੱਜਣ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹ ਪੰਜਾਬ ਨੂੰ ਇੱਕ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਦੂਰੀ ਬਹੁਤ ਹੁੰਦੀ ਹੈ, ਪਰ ਆਪਣੇ ਜਿਹੜੇ ਰਿਸ਼ਤੇ ਨੇ, ਆਪਣੀ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ, ਅਕਸਰ ਉਹਨਾਂ ਦੇ ਬਾਰੇ ਚਿੰਤਨ ਜਾਂ ਚਿੰਤਾ ਲੱਗੀ ਰਹਿੰਦੀ ਹੈ ਉਹਨਾਂ ਨੂੰ। ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ 'ਤੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਆਪਣੇ ਆਪ ਮੁਹਾਰੇ ਜਿਹੜੀ ਹੈ ਉਤਪੰਨ ਹੁੰਦੀ ਹੈ ਕਿ ਇੱਥੇ ਹੁਣ ਨੌਜਵਾਨ ਪੀੜ੍ਹੀ ਕਿਉਂ ਨਹੀਂ ਰਹਿਣਾ ਚਾਹੁੰਦੀ, ਕਿ ਇੱਥੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਪਹਿਲਾਂ ਸੀਗੇ ਕਿ ਉਹ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਇਹਨਾਂ ਦੇ ਪਿੱਛੇ ਜ਼ਿੰਮੇਵਾਰ ਕੌਣ ਹੈਗਾ? ਕਿ ਸਿਆਸੀ ਆਗੂ ਜ਼ਿੰਮੇਵਾਰ ਨੇ, ਕਿ ਜਿਹੜੇ ਅਫਸਰਸ਼ਾਹ ਨੇ ਜਿਨ੍ਹਾਂ ਦੇ ਉੱਪਰ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਟੇਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ, ਕਿ ਉਹ ਜ਼ਿੰਮੇਵਾਰ ਨੇ, ਜਾਂ ਫਿਰ ਆਮ ਲੋਕ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਲੋਕਾਂ ਨੂੰ ਚੁਣਦੇ ਨੇ, ਖਾਸ ਕਰਕੇ ਸਿਆਸਤਦਾਨਾਂ ਨੂੰ? ਤਾਂ ਅੱਜ ਇਸ ਮੁਤਲਕ ਅਸੀਂ ਗੱਲਬਾਤ ਕਰਨੀ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਦਿਲਸ਼ੇਰ ਸਿੰਘ ਜੀ ਹੋਣਗੇ। ਗੱਲਬਾਤ ਕਰਕੇ ਇਹਨਾਂ ਦੇ ਤਜਰਬੇ ਤੋਂ ਸਮਝਾਂਗੇ ਕਿ ਅਦਾਲਤਾਂ ਦੇ ਵਿੱਚ ਵਿਚਰਦੇ ਨੇ, ਸਿਆਸਤਦਾਨਾਂ ਦੇ ਨਾਲ ਵੀ ਪਾਲਾ ਰਹਿੰਦਾ ਹੈਗਾ, ਤਾਂ ਕਿਸ ਤਰੀਕੇ ਨਾਲ ਹਾਲਾਤਾਂ ਨੂੰ ਇਹ ਸਮਝਦੇ ਨੇ, ਉਹ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਬਾਈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਦਿਲਸ਼ੇਰ ਜੀ, ਲੰਮਾ ਸਮਾਂ ਹੋ ਗਿਆ ਵਕਾਲਤ ਕਰਦਿਆਂ ਨੂੰ, ਲੋਕਾਂ ਦੇ ਵਿੱਚ ਵਿਚਰਦੇ ਹੋ। ਸਭ ਤੋਂ ਪਹਿਲੀ ਚੀਜ਼ ਇਹੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਪੰਜਾਬ ਦਾ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦਾ। ਪੰਜਾਬ ਦੇ ਵਿੱਚ ਹਾਲਾਤ ਇਦਾਂ ਦੇ ਨੇ ਕਿ ਨਿਤ ਦਿਨ ਵੱਡੀਆਂ ਘਟਨਾਵਾਂ, ਜਿਹਦੇ ਵਿੱਚ ਅਸੀਂ ਕਹਿ ਲਈਏ ਕਿ ਲੋਕਾਂ ਦੀਆਂ ਜ਼ਮੀਨਾਂ ਕਬਜ਼ਾਉਣ ਨੂੰ ਲੈ ਕੇ, ਜਾਂ ਡਾਕਿਆਂ ਤੋਂ ਲੈ ਕੇ, ਜਾਂ ਕਤਲ ਵਰਗੀਆਂ ਵਾਰਦਾਤਾਵਾਂ ਹੋ ਰਹੀਆਂ ਨੇ। ਤਾਂ ਕਾਰਨ ਕਿਉਂ ਨਜ਼ਰ ਕੀ ਆ ਰਿਹਾ? ਮਾਹੌਲ ਇਦਾਂ ਦਾ ਕਿਉਂ ਬਣ ਗਿਆ ਪੰਜਾਬ 'ਚ? ਦੇਖੋ ਜੀ, ਜੀਵਨ ਨੂੰ ਦੇ ਵਿੱਚ ਜੀਣ ਲਈ ਜਾਂ ਜੀਵਨ ਦੇ ਵਿੱਚ ਵਿਚਰਨ ਲਈ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਇੱਕ ਤੇ ਆਬੋ ਹਵਾ ਬਹੁਤ ਅੱਛੀ ਹੋਣੀ ਚਾਹੀਦੀ ਆ ਜੀ, ਜਿਹਨੂੰ ਅਸੀਂ ਕਹੀਏ ਕਿ ਪਾਣੀ, ਹਵਾ ਤੇ ਜ਼ਮੀਨ। ਇਹ ਤਿੰਨ ਚੀਜ਼ਾਂ ਨੇ ਜਿਨ੍ਹਾਂ ਦੇ ਜ਼ਿੰਦਗੀ ਬਹੁਤ ਅੱਛੀ ਨਿਰਭਰ ਕਰਦੀ ਹੈ ਕਿ ਜੇ ਚੰਗੀਆਂ ਹੋਣ। ਇਹਨਾਂ ਦੇ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ, ਤੁਹਾਡਾ ਮਾਨਸਿਕ ਵੀ ਠੀਕ ਰਹੇਗਾ, ਤੇ ਤਰੱਕੀ ਵੀ ਤਾਂ ਹੀ ਹੋਏਗੀ ਜੇ ਤੁਸੀਂ ਤੰਦਰੁਸਤ ਹੈਗੇ ਹੋ। ਬਦਕਿਸਮਤੀ ਇਹ ਆ ਕਿ ਕੁਝ ਸਮੇਂ ਦੇ ਵਿੱਚ ਹੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਤੋਂ ਗਰਕ ਹੋ ਗਈਆਂ। ਪਾਣੀ ਦਾ ਮਨਿਆਰ ਗਿਰਿਆ, ਉਸ ਤੋਂ ਬਾਅਦ ਪਾਣੀ ਗੰਦਲਾ ਹੋਇਆ। ਜਿਹੜੀ ਧਰਤੀ ਆ ਉਹਦੇ 'ਚ ਫਰਟੀਲਾਈਜ਼ਰ ਦੇ ਨਾਂ 'ਤੇ ਜ਼ਹਿਰ ਇੰਨਾ ਕੁ ਪਾ ਦਿੱਤਾ ਹੈ ਕਿ ਉਹ ਧਰਤੀ ਬੰਜਰ ਹੋਣ ਦੇ ਕਿਨਾਰੇ 'ਤੇ ਆ। ਇਸ ਤੋਂ ਇਹ ਦੋਨਾਂ ਦੀ ਜਿਹੜੀ ਆਊਟਪੁੱਟ ਇਹ ਨਿਕਲੀ ਕਿ ਇਹਦੇ ਵਿੱਚੋਂ ਹੈਲਥ ਪ੍ਰੋਬਲਮ ਨਿਕਲੀ, ਸਟ੍ਰੈਸ ਬਹੁਤ ਨਿਕਲਿਆ। ਕਦੀ ਇਹ ਵੀ ਨਹੀਂ ਸੋਚਿਆ ਸੀ ਕਿ ਜਿਹੜੇ 4-4 ਸਾਲ ਦੇ ਬੱਚੇ ਆ ਉਹਨਾਂ ਨੂੰ ਸ਼ੂਗਰ ਹੋਏਗੀ, ਉਹਨਾਂ ਨੂੰ BP ਹੋਣਗੇ, ਉਹਨਾਂ ਦੇ ਚਸ਼ਮੇ ਲੱਗਣਗੇ। ਇਹ ਜਿਹੜਾ ਦੇਖਣ ਨੂੰ ਮਿਲਦਾ। ਔਰ ਵਿਕਲਾਂਗਤਾ ਦਾ ਜਿਹੜਾ ਇੱਕ ਪੈਰਾਗ੍ਰਾਫ ਹੈਗਾ ਉਹ ਇਸ ਏਰੀਏ 'ਚ ਬਹੁਤ ਜ਼ਿਆਦਾ ਹੋ ਗਿਆ, ਖਾਸ ਕਰਕੇ ਜਿੱਥੇ ਬਠਿੰਡਾ ਬੈਲਟ ਹੈਗੀ ਹੈ, ਜਿੱਥੇ ਇਹ ਟ੍ਰੇਨਾਂ ਚੱਲਦੀਆਂ ਨੇ ਕੈਂਸਰ ਵਰਗੀਆਂ। ਉਹ ਕਾਹਦੇ ਕਰਕੇ ਚੱਲਦੀਆਂ ਨੇ? ਕਿਉਂਕਿ ਪਾਣੀ ਖਰਾਬ ਉੱਥੋਂ ਦਾ। ਆਬੋ ਹਵਾ ਜਿਹੜੀ ਆ ਬਿਲਕੁਲ ਖਰਾਬ ਹੋ ਗਈ ਆ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਏਗੀ ਕਿ
ਜਿਸ ਗੁਰੂ ਨੇ ਇਹ ਗੱਲ ਕੀਤੀ ਹੋਵੇ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਥਤ, ਆਪਾਂ ਉਸ ਫਿਲਾਸਫੀ 'ਤੇ ਨਹੀਂ ਚੱਲ ਸਕੇ। ਅਸੀਂ ਆਪਣੀ ਧਰਤੀ ਨੂੰ ਨਹੀਂ ਬਚਾ ਸਕੇ, ਅਸੀਂ ਆਪਣੀ ਪੌਣ ਨੂੰ ਨਹੀਂ ਬਚਾ ਸਕੇ, ਅਸੀਂ ਆਪਣੇ ਪਾਣੀ ਨੂੰ ਨਹੀਂ ਬਚਾ ਸਕੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇੱਕ ਵਨ ਆਫ ਦੀ ਰੀਜ਼ਨ ਹੈਗਾ ਕਿ ਇੱਥੋਂ ਨੌਜਵਾਨ ਨਹੀਂ ਹਰ ਕੋਈ ਭੱਜਣ ਨੂੰ ਤਿਆਰ। ਜੇ ਕਿਸੇ ਨੂੰ ਇੱਥੇ ਮੌਕਾ ਮਿਲ ਜਾਵੇ ਪੰਜਾਬ ਦੇ ਵਿੱਚੋਂ ਕਿ ਤੁਹਾਨੂੰ ਇੱਥੋਂ ਜੋ ਤੁਹਾਡੇ ਕੋਲ ਪੰਜਾਬ 'ਚ ਹੈਗਾ ਜਾਂ ਇੰਡੀਆ ਦੇ ਵਿੱਚ ਹੈਗਾ, ਉਹਨੂੰ ਵੇਚ ਦਿਓ ਤੇ ਤੁਹਾਨੂੰ ਅਮਰੀਕਾ ਜਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇਗੀ, ਤੇ ਮੇਰੇ ਹਿਸਾਬ ਨਾਲ ਕੋਈ ਇੱਥੇ ਰਹਿਣ ਨੂੰ ਤਿਆਰ ਨਹੀਂ ਹੋਏਗਾ। ਸਭ ਕੁਝ ਵੇਚ ਕੇ ਉਹ ਜਾਣ ਨੂੰ ਤਿਆਰ ਨੇ, ਭੱਜਣ ਨੂੰ ਤਿਆਰ ਨੇ। ਇਹ ਸਾਰਾ ਸਮੀਕਰਨ ਇੱਕਦਮ ਨਹੀਂ ਹੋਇਆ, ਇਹਦੇ ਪਿੱਛੇ ਬਹੁਤ ਲੰਬੇ ਕਾਰਨ ਨੇ। ਅਸੀਂ ਇਸ ਗੱਲ ਨੂੰ ਪਹਿਲਾਂ ਮਹਿਸੂਸ ਹੀ ਨਹੀਂ ਕਰਦੇ ਕਿ ਪੰਜਾਬ ਕੀ ਸੀ। ਪੰਜਾਬ ਇੱਕ ਵੱਖਰਾ ਦੇਸ਼ ਸੀ, ਬਹੁਤ ਵੱਡਾ ਰਾਜ ਸੀ ਪੰਜਾਬ ਕੋਲ, ਔਰ ਇੱਥੇ ਐਸਾ ਰਾਜ ਸੀ ਕਿ ਜਿਹਦੀਆਂ ਮਿਸਾਲਾਂ ਜਿਹੜੀ ਅੱਜ BBC ਵਰਗੇ ਚੈਨਲ ਦੇ ਰਹੇ ਨੇ ਕਿ ਇੱਕ ਪੰਜਾਬ ਦਾ ਜਿਹੜਾ ਇੱਕੋ ਇੱਕ ਰਾਜਾ ਹੋਇਆ ਮਹਾਰਾਜਾ ਰਣਜੀਤ ਸਿੰਘ, ਉਹਦੇ ਵਰਗਾ ਰਾਜ ਨਹੀਂ ਕੋਈ ਕਰ ਪਾਇਆ। ਪਰ ਜਦੋਂ ਇਹ ਪੰਜਾਬ ਦੇਸ਼ ਇਸ ਇੰਡੀਆ ਦਾ ਪਾਰਟ ਬਣਦਾ ਤੇ ਇਹਦੀ ਜਿਹੜੀ ਦਰਦਨਾਕ ਕਹਾਣੀ ਸ਼ੁਰੂ ਹੋ ਜਾਂਦੀ ਹੈ। ਇਸ ਸਿਸਟਮ ਨੂੰ ਕੋਈ ਸਮਝਣ ਨੂੰ ਤਿਆਰ ਨਹੀਂ ਕਿ ਪੰਜਾਬ ਦਾ ਪਿਛੋਕੜ ਕੀ ਸੀ, ਪੰਜਾਬ ਕਿੱਥੋਂ ਚੱਲਿਆ, ਪੰਜਾਬ ਦਾ ਕੀ ਕਲਚਰ ਸੀ ਤੇ ਅੱਜ ਕੀ ਪੰਜਾਬ ਦਾ ਕਲਚਰ ਆ। 1947 ਦੀ ਜਿਹੜੀ ਵੰਡ ਹੈਗੀ ਆ, ਉਹ ਗਲਤ ਪ੍ਰੋਪੋਗੇਟ ਕੀਤਾ ਜਾਂਦਾ ਹੈ ਕਿ ਇਹ ਇੰਡੀਆ ਦਾ ਬਟਵਾਰਾ ਹੋਇਆ। ਅਸਲ ਦੇ ਵਿੱਚ ਉਹ ਬਟਵਾਰਾ ਪੰਜਾਬ ਦਾ ਹੋਇਆ। ਪੰਜਾਬ ਦਾ ਜਿਹੜਾ ਮੇਜਰ ਪੋਰਸ਼ਨ ਆ, ਜਿਹਦੇ ਵਿੱਚ ਜਿਹਨੂੰ ਆਪਾਂ ਬਹੁਤ ਚੰਗਾ ਏਰੀਆ ਕਹਿ ਦਈਏ ਆਬੋ ਹਵਾ ਵੱਲੋਂ ਜਾਂ ਬਾਇਓਗ੍ਰਾਫਿਕ ਵੱਲੋਂ, ਜਿੱਦਾਂ ਅਫਗਾਨਿਸਤਾਨ ਵਰਗਾ ਏਰੀਆ ਜਾਂ ਪਾਕਿਸਤਾਨ ਦੇ ਕੁਛ ਐਸੇ ਏਰੀਏ ਨੇ ਜਿੱਦਾਂ ਅਬੋਟਾਬਾਦ ਹੈਗਾ, ਜਿੱਥੇ ਕੇਸਰ ਵਰਗੀ ਫਸਲ ਹੁੰਦੀ ਹੋਵੇ, ਜਿੱਥੇ ਅਖਰੋਟ ਲੱਗਦੇ ਹੋਣ, ਉਹ ਸਾਰਾ ਹਿੱਸਾ ਤੁਹਾਡਾ ਪੰਜਾਬ 'ਚੋਂ ਕੱਟ ਕੇ ਇੱਕ ਦੂਜੇ ਹਿੱਸੇ 'ਚ ਜਾਂਦਾ। ਅਤੇ ਵੰਡ ਅਸੀਂ ਇਹਨੂੰ ਬਣਾਈ ਜਾਂਦੇ ਹਾਂ ਕਿ ਇਹ ਤਾਂ ਹਿੰਦੁਸਤਾਨ ਦੀ ਵੰਡ ਆ ਜਾਂ ਭਾਰਤ ਦੀ ਵੰਡ ਆ, ਇਹ ਕਿੱਥੋਂ ਹੋ ਗਈ? ਇਹਦਾ ਸੇਕ ਤੇ ਦਿੱਲੀ ਤੱਕ ਵੀ ਨਹੀਂ ਲੱਗਾ, ਸੇਕ ਤੇ ਸਾਰਾ ਪੰਜਾਬ ਦਾ ਲੱਗਾ। ਇੱਕ ਪੰਜਾਬ ਨੂੰ ਵੱਢ ਕੇ ਉਹਦੇ 'ਚੋਂ ਪਾਕਿਸਤਾਨ ਕੱਢਤਾ ਤੇ ਉਹਨੂੰ ਵੰਡ ਨੂੰ ਦੱਸੀ ਜਾਣਾ ਕਿ ਇੰਡੀਆ ਦੀ ਵੰਡ ਹੈਗੀ ਹੈ, ਜਿਹੜੀ ਦਰਅਸਲ ਹੀ ਬਿਲਕੁਲ ਗਲਤ ਗੱਲ ਆ। ਉਸ ਵੰਡ ਦੇ ਵਿੱਚੋਂ ਸਾਡਾ ਕਲਚਰ ਗਿਆ, ਸਾਡਾ ਭਾਈਚਾਰਾ ਗਿਆ, ਔਰ ਉਸ ਵੰਡ ਨੇ ਇੱਕ ਹੋਰ ਇੱਕ ਨਵੀਂ ਚੀਜ਼ ਪੈਦਾ ਕਰਤੀ, ਕੜੱਤਣ ਪੈਦਾ ਕਰਤੀ। ਉਹ 1947 ਦਾ ਸੰਤਾਪ ਜਿਨ੍ਹਾਂ ਨੇ ਹੰਡਾਇਆ, ਉਹਨਾਂ ਦੇ ਮਨਾਂ ਦੇ ਵਿੱਚੋਂ ਇਹ ਗੱਲਾਂ ਨਹੀਂ ਨਿਕਲਦੀਆਂ ਕਿ ਸਾਡੇ ਬਜ਼ੁਰਗਾਂ ਨੂੰ ਕਿੱਦਾਂ ਵੱਢਿਆ ਗਿਆ, ਕਿੱਦਾਂ ਮਾਰਿਆ ਗਿਆ, ਕਿੰਨੇ ਦੇਰ ਲੋਕ ਪੈਦਲ ਚੱਲ ਕੇ ਪਾਕਿਸਤਾਨ ਤੋਂ ਪੰਜਾਬ 'ਚ ਮਾਈਗ੍ਰੇਟ ਹੋਏ, ਕਿੰਨੀ ਵੱਡੀ ਲੰਬੀ ਯਾਤਰਾ ਕਰਕੇ ਆਪਣੇ ਡੰਗਰ ਵੱਛੇ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਜਿਹੜਾ ਇੱਥੋਂ ਇੰਡੀਆ ਤੋਂ ਜਾਂ ਪੰਜਾਬ ਤੋਂ ਜਿਹੜਾ ਪਾਕਿਸਤਾਨ ਦੇ ਵਿੱਚ ਗਏ ਨੇ। ਕਿੱਡੀ ਵੱਡੀ ਤਸ਼ੱਦਦ ਚੱਲੀ ਉਹਨਾਂ ਪਰਿਵਾਰਾਂ ਨੇ। ਖਾਸ ਕਰਕੇ ਮੈਨੂੰ ਇਸ ਗੱਲ ਦਾ ਤਜਰਬਾ ਆ ਆਪਣੀ ਦਾਦੀ ਜੀ ਤੋਂ ਲੱਗਾ, ਜਿਹੜੇ ਮੁਲਤਾਨ ਤੋਂ ਆਏ ਸਨ। ਉਹਨਾਂ ਦੀ ਉਮਰ ਉਦੋਂ 6 ਜਾਂ 7 ਸਾਲ ਸੀ। ਉਹ ਦੱਸਦੇ ਸਨ ਕਿ ਮੁਲਤਾਨ ਦੀ ਮਿੱਟੀ ਇੰਨੀ ਚੰਗੀ ਸੀ ਕਿ ਜੇ ਉਹਨੂੰ ਮੂੰਹ 'ਤੇ ਮਲ ਜਾਂਦੇ ਸੀ ਤੇ ਐਂਟੀਸੈਪਟਿਕ ਦਾ ਕੰਮ ਕਰਦੀ ਸੀ। ਅੱਜ ਆਮ ਤੌਰ 'ਤੇ ਦੁਕਾਨਾਂ 'ਤੇ ਮੁਲਤਾਨ ਦੀ ਮਿੱਟੀ ਮਿਲਦੀ, ਮੁਲਤਾਨੀ ਮਿੱਟੀ। ਸੋ ਕਿੱਡਾ ਵੱਡਾ ਇੱਕ ਗਹਿਣਾ ਜਾਂ ਕਿੱਡੀ ਵੱਡੀ ਇੱਕ ਨੈਚੁਰਲ ਚੀਜ਼ ਜਿਹੜਾ ਸਾਡਾ ਹਿੱਸਾ, ਜਿਹੜਾ ਪੰਜਾਬ ਦਾ ਪਾਰਟ ਸੀ, ਉਹ ਅਸੀਂ ਗਵਾ ਬੈਠੇ ਹਾਂ। ਉਹ ਗਵਾਇਆ ਕਿੱਦਾਂ ਹੈ ਇਸ ਸਿਆਸਤ ਦਾ ਨਾਲ। ਵੈਸੇ ਮੰਨਦੇ ਹੋ ਕਿ ਜਦੋਂ ਅਸੀਂ 47 ਦੀ ਵੰਡ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਵੀ ਜੇ ਅਸੀਂ ਕਹੀਏ ਕਿ ਜਿਹੜੇ ਵਾਅਦੇ ਕਰਕੇ ਪੰਜਾਬ ਨਾਲ ਖਾਸ ਕਰਕੇ ਵਾਅਦੇ ਕੀਤੇ ਗਏ ਸੀਗੇ ਕਿ ਤੁਹਾਨੂੰ ਆਪਣੇ ਤੌਰ 'ਤੇ ਆਜ਼ਾਦੀ ਮਹਿਸੂਸ ਕਰਨ ਦਾ ਪੂਰਾ ਹੱਕ ਮਿਲੂਗਾ, ਅਤੇ ਨਾਲ ਦੇ ਨਾਲ ਇਹੀ ਵਾਅਦੇ ਜਿਹੜੇ ਸੀਗੇ ਉਸ ਵੇਲੇ ਸਾਡੇ ਜਿਹੜਾ ਉੱਪਰ ਹੈਗਾ ਜੰਮੂ ਕਸ਼ਮੀਰ, ਉਹਦੇ ਨਾਲ ਵੀ ਹੋਏ ਸੀ, ਪਰ ਹੁਣ ਜਿਹੜੇ ਹਾਲਾਤ ਨੇ ਇਹ ਬਿਲਕੁਲ ਵੱਖਰੇ, ਉਸ ਹਾਲਾਤਾਂ ਦੇ ਨਾਲੋਂ ਵੱਖਰੇ ਹੋ ਚੁੱਕੇ ਨੇ ਇਸ ਵੇਲੇ। ਦੇਖੋ, ਬੜੀ ਇਹ ਬਦਕਿਸਮਤੀ ਆ ਪੰਜਾਬ ਦੀ ਕਿ ਪੰਜਾਬ 1947 'ਚ ਕਿਸੇ ਭਰੋਸੇ ਦੇ ਨਾਲ ਠੱਗਿਆ ਗਿਆ, ਇੱਕ ਵੱਖਰੇ ਦੇਸ਼ ਤੋਂ ਉਹ ਇੱਕ ਪਾਰਟ ਬਣਿਆ। ਠੀਕ ਹੈ, ਬਹੁਤ ਵਧੀਆ ਗੱਲ। ਪਾਰਟ ਬਣਨ ਦੇ ਨਾਲ ਜੋ ਵਾਅਦੇ ਕੀਤੇ ਗਏ ਸੀ, ਉਹਨੂੰ ਪਹਿਲੇ ਦਿਨ ਤੋਂ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਹੜੀ ਸਾਡੀ ਇਹਨਾਂ ਨੂੰ ਪੰਜਾਬ ਦੀ ਜਿਹੜੀ ਬਹੁ ਗਿਣਤੀ ਸੀ, ਸਿੱਖਾਂ ਦੀ ਸੀ, ਸਿੱਖਾਂ ਨੂੰ ਜਦੋਂ ਕ੍ਰਿਮੀਨਲ ਟ੍ਰਾਈਬ ਕਹਿ ਦੇਣਾ, ਫਿਰ ਪੰਜਾਬ ਦੀ ਬਦਕਿਸਮਤੀ ਇਹ ਆ ਕਿ ਸਭ ਤੋਂ ਜ਼ਿਆਦਾ ਵਾਰ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਆ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ? ਪੰਜਾਬ ਦੇ ਨਾਲ ਧੱਕੇਸ਼ਾਹੀ ਕੀ ਹੋ ਸਕਦੀ ਆ ਕਿ ਪੰਜਾਬ ਦੇ ਲੋਕਾਂ, ਪੰਜਾਬ ਨੂੰ ਹੋਰ ਵੱਢਣ ਲਈ, ਹੋਰ ਛੋਟਾ ਕਰਨ ਲਈ ਪੰਜਾਬ ਦੇ ਵਿੱਚੋਂ
ਹਰਿਆਣਾ ਕੱਢਿਆ ਗਿਆ। ਭਾਸ਼ਾ ਦੇ ਆਧਾਰ ਤੇ ਵੰਡ ਹੋਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਹਿਮਾਚਲ ਕੱਢਿਆ ਗਿਆ। ਔਰ ਉਸ ਤੋਂ ਵੱਡੀ ਬਦਕਿਸਮਤੀ ਕੀ ਆ ਕਿ ਜਿਸ ਪੰਜਾਬ 'ਚੋਂ ਹਿਮਾਚਲ ਕੱਢਿਆ ਗਿਆ ਹੋਵੇ ਉਸ ਹਿਮਾਚਲ ਦੀ ਧਰਤੀ ਨੂੰ ਤੁਸੀਂ ਖਰੀਦ ਨਹੀਂ ਸਕਦੇ ਬਤੌਰ ਪੰਜਾਬੀ, ਤੇ ਉਹ ਹਿਮਾਚਲ ਵਾਲੇ ਪੰਜਾਬ ਉਹ ਤੋਂ ਪੰਜਾਬ 'ਚ ਮਰਜ਼ੀ ਖਰੀਦ ਸਕਦੇ ਨੇ। ਹਾਲਾਤ ਐਸੇ ਨੇ ਕਿ ਚੰਡੀਗੜ੍ਹ ਜਿਹਦੇ ਤੇ ਬਹੁਤ ਵੱਡਾ ਹੱਕ ਪੰਜਾਬ ਆਪਣਾ ਜਮਾਉਂਦਾ ਕਿ ਇਹ ਸਾਡਾ ਹੈ, ਔਰ ਹੈਗਾ ਵੀ ਸਾਡਾ ਹੈ, ਕਿਉਂਕਿ ਪੰਜਾਬ ਦੇ ਜਿਹੜੇ ਪੁਆਧ ਏਰੀਏ ਦੇ 26 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਸੀ, ਉਹ ਪੰਜਾਬ ਦੇ ਸੀ। ਫਿਰ ਬਦਕਿਸਮਤੀ ਸਾਡੀ ਪੰਜਾਬ ਦੀ ਦੇਖੋ ਕਿ ਪਿੰਡ ਪੰਜਾਬ ਦੇ ਉਜੜੇ ਨੇ ਤੇ ਸਕੱਤਰੇਤ ਤੇ ਹੋਰ ਦਫ਼ਤਰ ਜਿਹੜੇ ਨੇ, ਕਾਰਜਕਾਰੀ ਦਫ਼ਤਰ ਜਾਂ ਐਡਮਿਨਿਸਟ੍ਰੇਟਿਵ ਆਫਿਸਿਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਜਾਂ ਬੈਂਕਸ ਕਹਿੰਦੇ ਹਾਂ, ਜਾਂ CM ਹਾਊਸ ਜਾਂ ਸਕੱਤਰੇਤ ਹਰਿਆਣੇ ਦੀਆਂ ਇੱਥੇ ਨਾਲ ਬਣਾਤੀਆਂ। ਹਾਈ ਕੋਰਟ ਸਾਡਾ ਜਿਹੜਾ ਉਹਨਾਂ ਨੇ ਸਾਂਝਾ ਪੰਜਾਬ ਐਂਡ ਹਰਿਆਣਾ ਕਰਤਾ, ਧਰਤੀ ਤੁਹਾਡੀ ਪੰਜਾਬ ਦੀ ਆ। ਹੁਣ ਉਸ ਤੋਂ ਅੱਗੇ ਉਹ ਪੰਜਾਬ ਤੋਂ ਜ਼ਿਆਦਾ ਹੱਕ ਜਿਹੜਾ ਹਰਿਆਣਾ ਜਮਾਉਂਦਾ, ਉਹ ਕਹਿੰਦਾ ਸਾਡਾ ਹੱਕ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹਨੇ ਇੱਕ ਜਿਹੜਾ ਇਸ ਮੁਲਕ ਦੇ ਸਿਸਟਮ ਨੇ ਗਦਾਰੀ ਕੀਤੀ ਆ, ਖਾਸ ਕਰਕੇ ਪੰਜਾਬੀਆਂ ਨਾਲ ਤੇ ਸਿੱਖਾਂ ਦੇ ਨਾਲ। ਕੋਈ ਐਸਾ ਸੂਬਾ ਨਹੀਂ ਹੈਗਾ ਜਿਹਨੂੰ ਏਡੀ ਵੱਡੀ ਜੰਗ ਲੜਨੀ ਪਈ ਹੋਵੇ ਕਿ ਸਾਨੂੰ ਬੋਲੀ ਦੇ ਆਧਾਰ ਤੇ ਜਿਹੜਾ ਵਾ ਮੋਰਚਾ ਲਾਉਣਾ ਪਿਆ ਹੋਵੇ। ਇੱਕ ਬੜੀ ਅਹਿਮ ਚੀਜ਼ ਰਹੀ ਹੈ ਪਿਛਲੇ ਸਮੇਂ ਦੇ ਦੌਰਾਨ, ਅਸੀਂ ਦੇਖਦੇ ਆ ਰਹੇ ਹਾਂ ਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸਿਆਸਤਦਾਨਾਂ ਨੇ ਆਪਣੀ ਸਿਆਸਤ ਖੇਡੀ, ਪੰਜਾਬ ਦੇ ਨਾਲ ਧਰੂ ਕਮਾਇਆ ਹੈਗਾ, ਪਰ ਨਾਲ ਦੀ ਨਾਲ ਉਸ ਤੋਂ ਬਾਅਦ ਜਦੋਂ ਇੱਕ ਆਜ਼ਾਦ ਸੂਬਾ ਬਣ ਗਿਆ, ਜਦੋਂ ਅਸੀਂ ਇੱਕ ਦੇਸ਼ ਦੇ ਨਾਲ ਜੁੜ ਗਏ, ਤਾਂ ਤਮਾਮ ਲੋਕਾਂ ਦੇ ਮਨਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਸੀ, ਤਾਂ ਉਸ ਤਰੀਕੇ ਨਾਲ ਕੰਮ ਵੀ ਸ਼ੁਰੂ ਹੋਏ। ਪਰ ਨਾਲ ਦੇ ਨਾਲ ਇਹ ਵੀ ਚੀਜ਼ ਸਮਝਣ ਵਾਲੀ ਹੈਗੀ ਹੈ ਕਿ ਜਿਹੜੀ ਅਫਸਰਸ਼ਾਹੀ ਹੁੰਦੀ ਹੈ ਉਹਨੂੰ ਵੀ ਇੱਕ ਬਹੁਤ ਕੀਨ ਰੋਲ ਕਹਿੰਦੇ ਹੁੰਦੇ ਕਿ ਬੜਾ ਅਹਿਮ ਕਿਰਦਾਰ ਜਿਹੜਾ ਨਿਭਾਉਣਾ ਹੁੰਦਾ ਕਿਸੇ ਵੀ ਖਿੱਤੇ ਦੇ ਵਿਕਾਸ ਦੇ ਲਈ। ਤੁਸੀਂ ਮੰਨਦੇ ਹੋ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਨੂੰ ਅਫਸਰ ਇੱਦਾਂ ਦੇ ਹੀ ਦਿੱਤੇ ਗਏ ਜਾਣਬੁੱਝ ਕੇ, ਜਾਂ ਇੱਦਾਂ ਦੇ ਹੀ ਅਫਸਰ ਆਏ ਜਿਹੜੇ ਪੰਜਾਬ ਨੂੰ ਵਧਾਉਣ ਫਲਾਉਣ ਦੇ ਵਿੱਚ ਘੱਟ ਤੇ ਇਸ ਨੂੰ ਲੁੱਟਣ ਜਾਂ ਠੱਗਣ ਦੇ ਵਿੱਚ ਜ਼ਿਆਦਾ ਜ਼ਿੰਮੇਵਾਰ ਰਹੇ? ਦੇਖੋ, ਇਹ ਪ੍ਰੈਜ਼ੈਂਟ ਸਿਨੈਰੀਓ 'ਚ ਮੈਂ ਗੱਲ ਕਰਦਾ, ਫਿਰ ਮੈਂ ਤੁਹਾਨੂੰ ਤੁਹਾਡਾ ਜਿਹੜਾ ਸਵਾਲ ਹੈਗਾ ਉਹਦਾ ਜਵਾਬ ਦੇਣਾ। ਇਸ ਵੇਲੇ ਦਾ ਜਿਹੜਾ ਸਿਨੈਰੀਓ ਹੈ ਪੰਜਾਬ ਦਾ, ਬੜਾ ਭਿਅੰਕਰ ਹੈ। ਦੇਖੋ, ਜਿਹੜੇ ਸੂਬੇ ਨੂੰ ਤੁਸੀਂ ਕੰਟਰੋਲ ਕਰਨਾ ਹੈ, ਉਸ ਸੂਬੇ ਦੇ ਬਸ਼ਿੰਦੇ ਜ਼ਿਆਦਾ ਉਸ ਸਿਸਟਮ ਨੂੰ ਸਮਝਦੇ ਆ। ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਮੈਂ ਚੰਡੀਗੜ੍ਹ ਦੇ ਕੋਈ ਸਿਸਟਮ ਡਿਵੈਲਪਮੈਂਟ ਦੀ ਗੱਲ ਕਰਨੀ ਹੈ, ਤਾਂ ਸ਼ਾਇਦ ਮੈਂ ਇਸ ਸਿਸਟਮ 'ਚ ਠੀਕ ਰਹਾਂਗਾ, ਕਿਉਂਕਿ ਮੈਂ ਚੰਡੀਗੜ੍ਹ ਜੰਮਿਆ ਪਲਿਆ, ਮੈਨੂੰ ਪਤਾ ਹੈ ਵੀ ਇੱਥੇ ਕੋਨਾ ਵੀ ਇੱਥੇ ਮੁਸ਼ਕਿਲਾਂ ਕੀ ਹੈ ਅਤੇ ਇੱਥੋਂ ਆਪਾਂ ਕਿੱਦਾਂ ਇਹਨੂੰ ਠੀਕ ਕਰ ਸਕਦੇ ਹਾਂ। ਇਹ ਜਿਹੜਾ ਤਰੀਕਾ ਸਭ ਤੋਂ ਕਾਰਗਰ ਹੁੰਦਾ ਹੈ ਕਿ ਜਿਹੜਾ ਲੋਕਲ ਹੁੰਦਾ ਜਾਂ ਜਿਹੜਾ ਉਸ ਧਰਾਤ ਨਾਲ ਜੁੜਿਆ, ਉਹ ਉਹਦੀਆਂ ਮੁਸ਼ਕਿਲਾਂ ਸਮਝ ਸਕਦਾ। ਪਰ ਬਦਕਿਸਮਤੀ ਇਸ ਵੇਲੇ ਪੰਜਾਬ ਦੀ ਇਹ ਆ ਐਡਮਿਨਿਸਟ੍ਰੇਟਿਵ ਦੇ ਤੌਰ 'ਤੇ ਕਿ ਜਿੰਨੇ ਸੀਨੀਅਰ ਆਫਿਸਰਸ ਨੇ ਉਹ ਸਾਰੇ ਕੋਈ ਮਿਸ਼ਰਾ ਹੈ, ਕੋਈ ਯਾਦਵ ਹੈ ਜਾਂ ਕੋਈ ਠਾਕਰ ਹੈ, ਉਹ ਸਾਰੇ ਆਊਟਸਾਈਡਰ ਨੇ। ਇਸ ਵੇਲੇ ਪੰਜਾਬ ਦਾ DGP ਗੌਰਵ ਯਾਦਵ ਹੈ। ਕਿਤੇ ਸਮਾਂ ਹੁੰਦਾ ਸੀ ਕੋਈ ਮੇਜਰ ਸਿੰਘ ਹੁੰਦਾ ਸੀ, ਕੋਈ ਬਿਕਰਮਜੀਤ ਸਿੰਘ ਨਾਮ ਦਾ SSP ਹੁੰਦਾ ਸੀ। ਅੱਜ ਆਲ ਟੂਗੈਦਰ ਜਿਹੜਾ ਵਾ ਚੇਂਜ ਹੋ ਗਿਆ। ਤੁਹਾਨੂੰ ਕੋਈ ਪੰਜਾਬ ਦਾ ਆਫਿਸਰ ਲੱਭਦਾ ਹੀ ਨਹੀਂ ਆ। ਜੇ ਕੋਈ ਪੰਜਾਬ ਦੇ ਚੁਣੰਦੇ IPS ਜਾਂ IS ਨੇ, ਉਹ ਨੁਕਰੇ ਲਾਏ ਨੇ, ਉਹਨਾਂ ਨੂੰ ਕੋਈ ਇੰਨਾ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾ ਰਹੀ। ਜੇ ਕੋਈ ਸੀਨੀਅਰ ਲੌਬੀ IS ਦੀ ਗੱਲ ਕਰਦੇ ਜਾਂ ਚੀਫ ਸੈਕਟਰੀਜ਼ ਦੀ ਗੱਲ ਕਰਦੇ ਆ, ਤੁਹਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ। ਹਾਈ ਕੋਰਟ ਦੀ ਗੱਲ ਅਸੀਂ ਬੜੇ ਨੇੜਿਓਂ ਹੁਣ ਦੇਖ ਰਹੇ ਹਾਂ ਕਿ ਹਾਈ ਕੋਰਟ ਦੇ ਵਿੱਚ ਜਿਹੜੇ ਸਿੱਖ ਜੱਜਿਸ ਦੇ ਨਾਮ ਬੜੇ ਘੱਟ ਨੇ। ਸੁਪਰੀਮ ਕੋਰਟ ਦੇ ਵਿੱਚ 0 ਦੇ ਕਗਾਰ 'ਤੇ ਆ ਗਏ ਕਿ ਸਾਡੇ ਕੋਈ ਨਹੀਂ ਹੈਗਾ। ਜੇ ਆਪਾਂ ਰਾਜਨੀਤਿਕ ਤੌਰ 'ਤੇ ਦੇਖੀਏ, ਪਾਰਲੀਮੈਂਟ ਦੇ ਵਿੱਚ ਝਾਤੀ ਮਾਰੀਏ, ਅਤੇ ਸਾਡਾ ਬਹੁਤ ਲੋ ਪਰਸੈਂਟੇਜ ਹੈਗੀ ਆ। ਜੇ ਰਾਜ ਸਭਾ ਵੱਲ ਦੇਖਦੇ ਆ ਤਾਂ ਸਾਡੀ ਉੱਥੇ ਵੀ ਕੋਈ ਗੱਲ ਨਹੀਂ ਬਣਦੀ। ਐਸੀ ਬਦਕਿਸਮਤੀ ਕਿ ਸੀਟਾਂ ਪੰਜਾਬ ਦੀਆਂ ਰਾਜ ਸਭਾ ਦੀਆਂ ਤੇ ਨੋਮੀਨੇਸ਼ਨ ਜਿਹੜੀ ਆ ਬਾਹਰ ਦੇ ਦਿੱਲੀ ਦੇ ਜਾਂ UP ਦੇ ਜਾਂ ਸੰਜੇ ਸਿੰਘ ਵਰਗੇ ਲੈ ਰਹੇ ਨੇ ਉਹਦੇ ਮੌਜ। ਸੋ ਐਡਾ ਵੱਡਾ ਬਲਫ ਧੋਖਾ ਪੰਜਾਬ ਦੇ ਨਾਲ ਹੋ ਰਿਹਾ ਹੈ ਔਰ ਪੰਜਾਬ ਕੁਛ ਨਹੀਂ ਕਰ ਪਾ ਰਿਹਾ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਏਗੀ ਕਿ ਪੰਜਾਬ ਨੂੰ ਜਿਹੜਾ ਰਾਜ ਕਰਨ ਲਈ ਇੱਕ ਪੰਥਕ ਪਾਰਟੀ ਸੀ ਜਿਹਨੇ ਖੁਦ ਗਰਦਾਰੀ ਕਰ ਲਈ, ਉਹ ਆਪ ਐਸੇ ਉਹਨਾਂ ਨੇ ਕੋਈ ਕਰਮ ਕਰ ਲਏ ਕਿ ਪੰਥ ਨੇ ਉਹਨਾਂ ਨੂੰ ਨੁਕਰੇ ਲਾਤਾ। ਇਸ ਵੇਲੇ ਜਿਹੜਾ ਪੰਜਾਬ 'ਚ ਰਾਜ ਕਰ ਰਿਹਾ ਉਹ ਇੱਕ ਗਾਜ਼ੀਆਬਾਦ ਦਾ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ, ਉਹ ਇਹਦਾ ਰਿਮੋਟ ਕੰਟਰੋਲ ਹੈ ਪੰਜਾਬ ਦਾ। ਜਾਂ ਉਸ ਤੋਂ ਬਾਅਦ ਰਾਘਵ ਚੱਡਾ, ਉਹ ਵੀ ਦਿੱਲੀ ਦਾ ਵਸਿੰਦਾ ਹੈ। ਬਾਕੀ ਸਾਰੇ ਉਹਨਾਂ ਦੇ ਪਪੇਟਸ ਨੇ। ਸੋ ਐਸੇ ਸਿਨੈਰੀਓ ਦੇ ਵਿੱਚੋਂ ਕੀ ਤੁਸੀਂ ਸਮਝੋਗੇ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ,
ਸਪੈਸ਼ਲ ਨੌਜਵਾਨ ਜਾਂ ਉਸ ਤੋਂ ਇਲਾਵਾ ਜਿਹੜੇ ਇੱਥੋਂ ਦੇ ਵਸਿੰਦੇ ਨੇ ਉਹ ਕੀ ਆਸ ਕਰਨਗੇ। ਇਸ ਮੁਸ਼ਕਲ ਚੋਂ ਨਿਕਲਣ ਲਈ ਲੋਕਾਂ ਨੂੰ ਇਹ ਸੌਖਾ ਲੱਗਦਾ ਕਿ ਇਸ ਸੂਬੇ ਨੂੰ ਛੱਡ ਕੇ ਬਾਹਰ ਚਲੀ ਜਾਏਗੀ, ਔਰ ਇੰਨੀ ਮਾਈਗ੍ਰੇਸ਼ਨ ਹੋ ਰਹੀ ਹੈ ਇਸ ਸੂਬੇ 'ਚ, ਕੋਈ ਕੰਟਰੋਲ ਕਰਨ ਨੂੰ ਤਿਆਰ ਨਹੀਂ। ਦਲਸ਼ੇਰ ਜੀ, ਉਸ ਤੋਂ ਬਾਅਦ ਆਪਾਂ ਜ਼ਿਕਰ ਹੋਰ ਵੀ ਕਰਨੇ, ਮੈਂ ਇਸ ਜਿਹੜਾ ਸਵਾਲ ਪੁੱਛਿਆ ਸੀ ਉਹਦੇ ਵਿੱਚ ਨਾਲ ਇਹ ਚੀਜ਼ ਵੀ ਜੋੜੀ ਸੀ ਕਿ ਅਫਸਰਸ਼ਾਹੀ ਦਾ ਰੋਲ ਕੀ ਰਿਹਾ, ਕਿਉਂਕਿ ਤੁਸੀਂ ਅਦਾਲਤਾਂ ਦੇ ਵਿੱਚ ਵਿਚਰਦੇ ਹੋ ਅਤੇ ਮੈਨੂੰ ਲੱਗਦਾ ਕਿ ਅਦਾਲਤਾਂ ਤੇ ਨਾਲ ਦੀ ਨਾਲ ਜਦੋਂ ਅਫਸਰਸ਼ਾਹੀ ਇਹ ਬੜਾ ਨੇੜੇ ਤੋਂ ਹੋ ਕੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਵਿਚਰਦੇ ਨੇ, ਤਾਂ ਮੈਂ ਉਹ ਸਵਾਲ ਕੀਤਾ ਸੀਗਾ ਕਿ ਅਫਸਰਸ਼ਾਹੀ ਦੀ ਭੂਮਿਕਾ ਕਿਸ ਤਰੀਕੇ ਨਾਲ ਤੁਸੀਂ ਪਿਛਲੇ ਸਮੇਂ ਦੇ ਵਿੱਚ ਡੀਕੋਡ ਕੀਤੀ ਹੈ ਜਾਂ ਕਿਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਅਫਸਰਸ਼ਾਹੀ ਜਿਹੜੀ ਆ, ਖਾਸ ਕਰਕੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਅਫਸਰਸ਼ਾਹੀ ਦਾ ਜਿਹੜਾ ਟੋਟਲ ਕੰਟਰੋਲ ਹੈ UPSC ਦਾ, IAS ਹੋਣ ਜਾਂ IPS ਹੋਣ, ਉਹਨਾਂ ਦੀ ਡਾਇਰੈਕਟ ਕੰਟੈਕਟ ਸੈਂਟਰ ਦੇ ਨਾਲ ਆ। ਉਹ ਥਿਊਰੀ ਇੰਪਲੀਮੈਂਟ ਇੱਥੇ ਕਰਨਗੇ ਜੋ ਉਹਨਾਂ ਨੂੰ ਸੈਂਟਰ ਹੁਕਮ ਕਰੇਗਾ। ਜਿਹੜੀ ਸਟੇਟ ਲੌਬੀ ਦੀ ਗੱਲ ਹੈਗੀ ਆ, ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਕਿ ਇੱਕ IAS ਆਫਿਸਰ ਸੀ ਮਿਸਟਰ ਪੋਪਲੀ, ਉਹਨਾਂ 'ਤੇ ਬਹੁਤ ਵੱਡੇ ਗ੍ਰਾਫਟਿੰਗ ਦੇ ਚਾਰਜਿਸ ਲੱਗੇ, ਉਹਨਾਂ ਦੇ ਘਰ ਦੇ ਵਿੱਚੋਂ ਕਾਫੀ ਜਿਹੜੀ ਬਰਾਈਬ ਮਨੀ ਮਿਲੀ, ਇੱਥੋਂ ਤੱਕ ਕਿ ਸੋਨੇ ਦੀਆਂ ਇੱਟਾਂ ਤੱਕ ਮਿਲ ਗਈਆਂ। ਜਦੋਂ ਉਹਨਾਂ ਦੀ ਗੱਲ ਆਈ ਤੇ ਇੱਕ ਤਰਫਾ ਇੱਕ ਲੌਬੀ ਖੜੀ ਹੋ ਗਈ ਸੀ, ਔਰ ਸਟੇਟ ਜਿਹੜੀ ਹੈ ਗਵਰਨਮੈਂਟ ਨੂੰ ਇਹ ਇੱਥੇ ਤੱਕ ਆਪਣੇ ਆਪ ਨੂੰ ਝੁਕਾਉਣਾ ਪੈ ਗਿਆ ਸੀ ਕਿ ਜੇ ਤੁਸੀਂ ਕੰਮ ਕਰਾਉਣਾ, ਕੰਮ ਬਿਊਰੋਕਰੇਟ ਨਹੀਂ ਕਰਨਾ, ਤੇ ਇਸ ਕਰਕੇ ਚੁੱਪ ਹੋ ਜਾਓ। ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਇੱਦਾਂ ਦੀਆਂ ਉਦਾਹਰਨਾਂ ਨੇ ਕਿ ਅਫਸਰਸ਼ਾਹੀ ਕਿੱਦਾਂ ਤੁਹਾਨੂੰ ਫੂਲ ਬਣਾਉਂਦੀ ਆ। ਤਹਿਸੀਲਦਾਰ ਸ਼ਰੇਆਮ ਪੈਸੇ ਲੈਂਦੇ ਨੇ, ਔਰ ਇਹਦੀ ਗੱਲ ਸਰਕਾਰ ਨੂੰ ਵੀ ਪਤਾ। ਜੇ ਕੋਈ ਇਸ ਗੱਲ 'ਤੇ ਐਜੀਟੇਸ਼ਨ ਕਰਦਾ, ਉਸ ਐਜੀਟੇਸ਼ਨ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਚੁੱਕ ਕੇ ਅੰਦਰ ਕਰ ਦਿੰਦੇ ਹੋ, ਪਰ ਉਸ ਤਹਿਸੀਲਦਾਰ ਨੂੰ ਜਾਂ ਉਸ ਰੈਵਨਿਊ ਲੌਬੀ ਨੂੰ ਨਹੀਂ ਬੰਦ ਕਰ ਸਕਦੇ, ਕਿਉਂਕਿ ਉਹ ਹੜਤਾਲ 'ਤੇ ਚੱਲ ਜਾਏਗੀ। ਜੇ ਉਹ ਹੜਤਾਲ 'ਤੇ ਚਲੀ ਜਾਏਗੀ ਤਾਂ ਪੰਜਾਬ ਦਾ ਰੈਵਨਿਊ ਰੁਕ ਜਾਏਗਾ। ਸੋ ਇਹ ਸਾਰੀਆਂ ਜਿਹੜੀਆਂ ਲੌਬੀਆਂ ਨੇ, ਜਿੱਦਾਂ ਪੰਜਾਬ 'ਚ ਡਿਸਟਲਰੀਆਂ ਨੇ, ਪਤਾ ਹੈ ਸਰਕਾਰ ਨੂੰ ਕਿ ਇਸ ਡਿਸਟਲਰੀ ਦੇ ਵਿੱਚੋਂ ਇੰਨਾ ਰੈਵਨਿਊ ਆਉਂਦਾ ਹੈ, ਪਰ ਉਸ ਦੇ ਪੈਰਲਲ ਜਿੱਦਾਂ ਇੱਧਰ ਸਾਡੇ ਖਾਸ ਕਰਕੇ ਮਾਝੇ ਇਲਾਕੇ 'ਚ ਇੱਕ ਡਿਸਟਲਰੀ ਪ੍ਰਾਈਵੇਟ ਚੱਲਦੀ ਸੀ, ਉਹਨੂੰ ਕੋਈ ਨਹੀਂ ਬੰਦ ਕਰਾ ਸਕਦਾ ਸੀ। ਉਹਦੇ ਪਿੱਛੇ ਕਿਹਦਾ ਹੱਥ ਸੀ? ਇਹ ਅਫਸਰਸ਼ਾਹੀ ਦਾ ਸੀ, ਕਿਉਂਕਿ ਅਫਸਰਸ਼ਾਹੀ ਜਿਹੜਾ ਵਾ ਉਹ ਆਪਣਾ ਜਿਹੜਾ ਵਾ ਪਹਿਲਾਂ ਜਿਹੜੀ ਉਹਨਾਂ ਦੀ ਕਰਪਸ਼ਨ ਦਾ ਏਜੰਡਾ ਪਹਿਲਾਂ ਰੱਖਦੇ ਨੇ। ਆ ਪਿੱਛੇ ਜੇ ਅਮਰੂਦਾਂ ਵਾਲੇ ਬਾਗ ਵਾਲਾ ਵੀ ਬੜਾ ਚਰਚਾ ਦੇ ਵਿੱਚ ਰਿਹਾ। ਸੋ ਇੱਥੇ ਦੀ ਤਰ੍ਹਾਂ ਤਰ੍ਹਾਂ ਦੀਆਂ ਐਗਜ਼ਾਮਪਲਾਂ ਨੇ। ਤੁਸੀਂ ਇੱਥੇ ਤੱਕ ਦੀ ਗਿਰਾਵਟ ਹੈਗੀ ਆ, ਇਹਦੀ ਅਸੀਂ ਇਹਦੀ ਰੀਸੈਂਟ ਐਗਜ਼ਾਮਪਲ ਬੜੀ ਸੈਂਸਿਟਿਵ ਇਸ਼ੂ ਆ। ਕੋਟਕਪੁਰਾ ਬੇਬਲ ਕਾਂਡ ਦੀ ਜਿਹੜਾ ਇੰਸੀਡੈਂਟ ਆ, ਉਹਦੀ ਇੱਕ ਸੀਨੀਅਰ IAS ਆਫਿਸਰ ਰਿਪੋਰਟ ਤਿਆਰ ਕਰਦਾ ਆਪਣੀ ਟੀਮ ਦੇ ਨਾਲ, ਉਹਨੂੰ ਚੈਲੰਜ ਕਰਦਾ ਇੱਕ ASI ਰੈਂਕ ਦਾ ਆਦਮੀ ਹਾਈ ਕੋਰਟ ਦੇ ਵਿੱਚ। ਉਹ IG ਵਿਜੇ ਕੁਵਰ ਪ੍ਰਤਾਪ ਦੀ ਰਿਪੋਰਟ ਕੈਂਸਲ ਕਰਾਉਣ ਵਾਲਾ ਇੱਕ ਥਾਣੇਦਾਰ ਹੈ। ਉਹ ਹਾਈ ਕੋਰਟ ਤੋਂ ਜਾ ਕੇ ਉਹ ਰਿਲੀਫ ਲੈ ਲੈਂਦਾ ਜਿਹੜਾ ਉਹਨੇ ਮੰਗਿਆ ਵੀ ਨਹੀਂ ਪਟੀਸ਼ਨ 'ਚ, ਉਹ ਕਲੀਨ ਚਿੱਟ ਬਾਦਲਾਂ ਨੂੰ ਵੀ ਦੇ ਦਿੰਦਾ। ਇਹ ਨੈਕਸਿਸ ਆ, ਔਰ ਇਹਨੂੰ ਚੈਲੰਜ ਕਰਨ ਵਾਲੇ ਬੰਦੇ ਐਂਟੀ ਸੋਸ਼ਲ ਹਨ। ਅਸੀਂ ਇਹਨਾਂ ਨੂੰ ਚੈਲੰਜ ਕੀਤਾ ਸੀ ਕਿ ਉਹ ਰਿਪੋਰਟ ਬਿਲਕੁਲ ਠੀਕ ਹੈ, ਅਸੀਂ ਪੜ੍ਹੀ ਸੀ। ਚੀਫ ਜਸਟਿਸ ਤੋਂ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਅਸੀਂ ਇਹਦੀ ਜਿਹੜੀ ਆ ਡਿਟੇਲਡ ਰਿਪੋਰਟ ਬਣਾ ਕੇ ਭੇਜੀ ਕਿ ਇਸ 'ਤੇ ਐਕਸ਼ਨ ਲੈਣਾ ਚਾਹੀਦਾ, ਕਿ ਮਿਸਟਰ ਰਾਜਵੀਰ ਸ਼ਰਾਵਤ ਜਿਹੜੇ ਉਸ ਟਾਈਮ ਦੇ ਜੱਜ ਸੀ ਜਿਨ੍ਹਾਂ ਨੇ ਪਟੀਸ਼ਨ ਨੂੰ ਡਿਸਾਈਡ ਕੀਤਾ, ਅੱਜ ਵੀ ਉੱਥੇ ਵਰਕਿੰਗ ਨੇ, ਕਿ ਉਹਨਾਂ ਨੇ ਗਲਤ ਡਿਸਾਈਡ ਕੀਤੀ ਆ, ਕਿਸੇ ਪੋਲੀਟੀਕਲ ਮੋਟਿਵ ਨਾਲ ਡਿਸਾਈਡ ਕੀਤੀ ਆ, ਪਰ ਕਿਸੇ ਨੇ ਕੋਈ ਉਹਦੇ 'ਤੇ ਜਿਹੜਾ ਕੋਈ ਬੜਾ ਸੈਂਸਿਟਿਵ ਇਸ਼ੂ ਸੀਗਾ ਜਿਹਦਾ ਤੁਸੀਂ ਹੁਣ ਜ਼ਿਕਰ ਕੀਤਾ। ਮੈਨੂੰ ਲੱਗਦਾ ਕਿ ਇਹ 'ਤੇ ਵੀ ਚਰਚਾ ਆਪਾਂ ਜੇ ਕਰ ਹੀ ਲਈਏ ਤਾਂ ਚੰਗਾ ਰਹੇਗਾ, ਕਿਉਂਕਿ ਬੇਅਦਬੀ ਦੇ ਮਸਲੇ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਰਹੀਆਂ ਨੇ। ਤੁਸੀਂ ਹੁਣ ਗੱਲ ਛੇੜ ਲਈ, ਹਲੇ ਆਪਾਂ ਹੋਰ ਵੀ ਪਿਛਲੇ ਮਸਲੇ ਡਿਸਕਸ ਕਰਨੇ ਸੀਗੇ। ਬੇਅਦਬੀ ਦੇ ਮਸਲੇ ਨੂੰ ਲੈ ਕੇ ਜਿਹੜੀ ਰਿਪੋਰਟ ਤੁਸੀਂ ਕਹਿੰਦੇ ਹੋ ਕਿ ਕੁਵਰ ਵਿਜੇ ਪ੍ਰਤਾਪ ਨੇ ਲਿਖੀ ਸੀ, ਤੁਸੀਂ ਪੜ੍ਹੀ ਹੈ, ਉਹਦੇ ਵਿੱਚ ਸਪਸ਼ਟ ਤੌਰ 'ਤੇ ਕੁਝ ਘਰਾਣਿਆਂ ਦੇ ਨਾਮ ਲਿਖਿਆ ਗਿਆ ਸੀਗਾ, ਜ਼ਿਕਰ ਸੀਗਾ, ਅਤੇ ਲੱਗਦਾ ਕਿ ਫਿਰ ਉੱਪਰ ਲੈਵਲ 'ਤੇ ਕੋਈ ਸੈਟਿੰਗ ਹੋਈ ਹੈ, ਇਸੇ ਕਰਕੇ ਉਸ ਰਿਪੋਰਟ ਨੂੰ ਦਰਕਿਨਾਰ ਕਰ ਦਿੱਤਾ ਗਿਆ, ਅਤੇ ਨਾਲ ਦੀ ਨਾਲ ਹੱਲੇ ਵੀ ਕੋਈ ਚਰਚਾ ਨਹੀਂ ਹੋ ਰਹੀ ਕਿਉਂਕਿ ਉਹ ਵਿਅਕਤੀ ਹੱਲੇ ਵੀ ਸਰਕਾਰ ਦੇ ਵਿੱਚ ਬੈਠਾ। ਦੇਖੋ, ਬੜੀ ਕਮਾਲ ਦੀ ਗੱਲ ਹੈ ਕਿ ਅਸੀਂ ਜਿਹੜੀ ਐਪਰੋਪ੍ਰੀਏਟ ਪੋਜੀਸ਼ਨ ਸੀ ਜਿੱਥੇ ਅਪਰੋਚ ਕਰਨਾ ਸੀ ਉੱਥੇ ਕੀਤਾ, ਪਰ ਸਾਨੂੰ ਸਫਲਤਾ ਨਹੀਂ ਮਿਲੀ। ਪਰ ਮੈਂ ਇੱਥੇ ਸੰਗਤ ਨੂੰ ਦੱਸਣਾ ਜ਼ਰੂਰ ਚਾਹਾਂਗਾ ਕਿ ਇਹਦੇ 'ਚ ਪ੍ਰੋਬਲਮ ਕੀ ਸੀ। ਮਿਸਟਰ ਰਾਜਵੀਰ ਸ਼ਰਾਵਤ ਚੌਟਾਲਾ ਸਾਹਿਬ ਦੀ ਜਦੋਂ ਸਰਕਾਰ ਸੀ ਹਰਿਆਣਾ ਦੇ ਵਿੱਚ, ਇਹ ਉਦੋਂ ਡਿਪਟੀ ਐਡਵੋਕੇਟ ਜਨਰਲ ਸਨ ਉਹਨਾਂ ਦੀ ਸਰਕਾਰ ਦੇ ਵਿੱਚ। ਜਿਹੜੀ ਐਡਵੋਕੇਟਸ ਜਨਰਲ ਦੀ ਪੋਸਟ ਹੈਗੀ ਆ, ਜਾਂ AG ਜਿਹਨੂੰ ਪੰਜਾਬ ਜਾਂ AG ਹਰਿਆਣਾ ਕਹਿੰਦੇ, ਇਹ ਸਾਰੀ ਪੋਲੀਟੀਕਲ ਪੋਸਟਾਂ ਨੇ। ਇਹ ਸਰਕਾਰ ਆਪ ਇਹਨਾਂ ਨੂੰ ਅਪੁਆਇੰਟ ਕਰਦੀ ਹੈ। ਜਿਹੜੇ
ਇਹਨਾਂ ਦੇ ਸੀਨੀਅਰ ਜਿਹੜੇ ਪਟੀਸ਼ਨਰ ਦਾ ਕਾਉਂਸਲ ਸੀ, ਜਿਹੜੇ ਮੈਂ ਥਾਣੇਦਾਰ ਦੀ ਗੱਲ ਕਰਦਾ, ਉਹ ਉਦੋਂ ਏਜੀ ਸੀ ਪੰਜਾਬ ਦਾ, ਤੇ ਇਹ ਉਹਦੇ ਡਿਪਟੀ ਏਜੀ ਸੀ। ਕਦੀ ਇਹ ਹੋ ਸਕਦਾ ਹੈ ਕਿ ਡਿਪਟੀ ਏਜੀ ਜਿਹੜਾ ਆਪਣੇ ਏਜੀ ਨੂੰ ਜਿਹੜਾ ਇੱਕ ਵਨ ਟਾਈਮ ਸਬਆਰਡੀਨੇਟ ਰਿਹਾ ਹੋਵੇ ਔਰ ਇਹਨਾਂ ਸੈਂਸਿਟਿਵ ਇਸ਼ੂ ਹੋਵੇ, ਤੇ ਜਿਹੜਾ ਡਿਪਟੀ ਏਜੀ ਆ ਉਹ ਜਿਹੜਾ ਜਸਟਿਸ ਹੋਵੇ, ਤੇ ਜਿਹੜਾ ਇੱਕ ਵਨ ਟਾਈਮ ਏਜੀ ਰਿਹਾ ਹੋਵੇ ਉਹ ਆਰਗੂ ਕਰੇ ਤੇ ਉਹਨੂੰ ਰਿਲੀਫ ਨਾ ਮਿਲੇ। ਸੋ ਇਹ ਬੜੀ ਵੱਡੀ ਇੱਕ ਗੁਲਝਣਦਾਰ ਪੋਜੀਸ਼ਨ ਸੀ ਜਿਹੜੀ ਅਸੀਂ ਕਲੀਅਰ ਕੀਤੀ ਚੀਫ ਜਸਟਿਸ ਆਫ ਇੰਡੀਆ ਨੂੰ, ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ, ਪਰ ਉਹਨਾਂ ਨੇ ਇਸ ਗੱਲ ਨੂੰ, ਸਿਸਟਮ ਨੂੰ ਸਮਝਿਆ ਹੀ ਨਹੀਂ, ਔਰ ਸ਼ਾਇਦ ਸਮਝ ਵੀ ਲਿਆ ਹੋਵੇ ਪਰ ਉਹਨਾਂ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਕਿੱਡੀ ਕਮਾਲ ਦੀ ਗੱਲ ਆ ਕਿ ਹਾਈ ਕੋਰਟ ਦੇ ਵਿੱਚ ਜੇ ਕੋਈ ਇੱਦਾਂ ਦਾ ਸਿਸਟਮ ਆਉਂਦਾ ਹੈ ਕਿ ਜਿੱਥੇ ਲੱਗਦਾ ਕਿ ਡਾਇਰੈਕਟ ਕੰਟੈਕਟ ਹੈਗਾ ਕਾਉਂਸਲ ਦਾ ਤੇ ਜੱਜ ਦਾ, ਭਾਵੇਂ ਉਹ ਬਲੱਡ ਰਿਲੇਸ਼ਨ ਹੋਵੇ ਜਾਂ ਜੱਜ ਦਾ ਬੇਟਾ ਵੀ ਜੇ ਆਰਗੂ ਕਰਦਾ, ਉਹ ਰਿਲੈਕਟੈਂਟਲੀ ਉਹ ਕੇਸ ਨੂੰ ਟ੍ਰਾਂਸਫਰ ਕਰੇਗਾ, ਪਰ ਇੱਥੇ ਨਹੀਂ ਕੀਤਾ ਗਿਆ। ਸੋ ਹੁਣ ਅਗਲੀ ਪ੍ਰੋਬਲਮ ਕੀ ਆ, ਜਿਹੜੀ ਨਵੀਂ ਸਿੱਟ ਬਣ ਗਈ, ਨਵੀਂ ਸਿੱਟ ਦੁਬਾਰਾ ਚੈਲੰਜ ਹੋਏਗੀ। ਕਦੋਂ ਦਾ ਇਨਸੀਡੈਂਟ ਆ ਬਰਗਾੜੀ ਦਾ, ਤੇ ਅੱਜ ਤੱਕ ਕੀ ਬਣਿਆ? 2015 ਤੋਂ 2015 ਤੋਂ ਆਪਾਂ 23 ਤੇ ਪਹੁੰਚ ਗਏ। ਹਜੇ ਤੱਕ ਜਿਹੜੀ 307 ਦਾ ਚਲਾਨ ਪੇਸ਼ ਹੋਇਆ, 302 ਦਾ ਹਜੇ ਵੀ ਪੈਂਡਿੰਗ ਆ। ਉਹ ਦੇਖੋ ਕਿੰਨਾ ਟਾਈਮ ਲੱਗੇਗਾ। ਔਰ ਉਸ ਤੋਂ ਬਾਅਦ 100% ਹੈ ਕਿ ਉਹ ਹਾਈ ਕੋਰਟ 'ਚ ਜਾਏਗੀ, ਹਾਈ ਕੋਰਟ ਫਿਰ ਖਰਚ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕਲੀਅਰਲੀ ਪਤਾ ਹੈਗਾ ਵੀ ਉੱਥੇ ਗੋਲੀ ਚੱਲੀ ਹੈ, 2 ਜਣਿਆਂ ਦੀ ਜਾਨ ਗਈ ਹੈ, ਤੇ 307 ਦਾ ਇਰਾਦਾ ਕਤਲ ਲਾਇਆ ਹੋਇਆ। ਹਾਲੇ ਤੱਕ 302 ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ। ਨਹੀਂ, ਉਹ ਜਿਹੜਾ ਨਾ, ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਕੋਟਕਪੁਰਾ ਜਿਹੜੀ ਗੋਲੀ ਚੱਲਦੀ ਆ ਉਹਦੇ 'ਤੇ ਕੈਜੂਅਲਟੀ ਨਹੀਂ ਹੁੰਦੀ, ਉਹਦੇ 'ਚ 307 ਬਹਿਬਲ ਕਲਾਂ ਉੱਥੇ ਚੋਟਾਂ ਲੱਗਦੀਆਂ ਨੇ। ਜਦੋਂ ਬਹਿਬਲ ਕਲਾਂ ਜਿਹੜਾ ਇਨਸੀਡੈਂਟ ਵਰਤਦਾ, ਉਹ 3.5 ਘੰਟੇ ਬਾਅਦ ਵਰਤਦਾ। ਜੇ 307 ਸੁਪਰੀਮ ਜਿਹੜਾ ਆਪਣੇ ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਤੇ ਸੁਖਬੀਰ ਬਾਦਲ ਤੇ ਲੱਗ ਸਕਦੀ ਹੈ, 307 ਲੱਗ ਸਕਦੀ ਆ ਕਿ ਉਹਨਾਂ ਨੇ ਆਰਡਰ ਕੀਤਾ, ਤੇ ਜਿਹੜੀ 3.5 ਘੰਟੇ ਬਾਅਦ ਗੋਲੀ ਬਹਿਬਲ ਕਲਾਂ ਚੱਲਦੀ, ਉਹ ਵੀ ਤੇ ਉਸੇ ਹੁਕਮ ਨਾਲ ਚੱਲਦੀ ਆ। ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਉਸੇ ਹੁਕਮ ਨਾਲ 307 ਦੀ ਗੋਲੀ ਚੱਲੀ, ਉਸੇ ਹੁਕਮ ਨਾਲ 302 ਦੀ ਚੱਲੀ। ਮਤਲਬ ਕਿ ਉੱਥੇ ਗ੍ਰੀਵੀਅਸ ਜਿਹੜਾ ਵਾ ਉਹ ਸੈਕਸ਼ਨ ਬਣ ਗਿਆ, ਉੱਥੇ ਜ਼ਮਾਨਤ ਦੀ ਗੱਲ ਨਹੀਂ ਬਣਦੀ, ਇਸ ਕਰਕੇ ਉਹਨੂੰ ਜਿਹੜਾ ਪੇਸ਼ ਨਹੀਂ ਕੀਤਾ ਜਾ ਰਿਹਾ। ਸੋ ਇਹ ਜਿਹੜੀ ਇੱਦਾਂ ਦੇ ਸਿਚੁਏਸ਼ਨ 'ਚ, ਇੱਦਾਂ ਦੀ ਜਿਹੜੀ ਗੁਲਝਣਦਾਰ ਸਿਸਟਮ ਦੇ ਵਿੱਚ ਨੌਜਵਾਨ ਨਹੀਂ ਫਸਣਾ ਚਾਹੁੰਦਾ। ਨੌਜਵਾਨ ਬੜਾ ਸਾਦਾ ਜਿਹਾ, ਨੌਜਵਾਨ ਚਾਹੁੰਦਾ ਕਿ ਮੈਨੂੰ ਤੁਰੰਤ ਰਿਲੀਫ ਮਿਲ ਜੇ। ਹੁਣ ਇੱਥੇ ਦਾ ਸਿਨੈਰੀਓ, ਪੰਜਾਬ ਦਾ ਸਿਨੈਰੀਓ ਇੱਦਾਂ ਦਾ ਕਿ ਨੌਜਵਾਨ ਲੜਕੇ ਪੁਲਿਸ ਤੋਂ ਡਰਦੇ ਨੇ। ਜੇ ਉਹ ਰੋਡ 'ਤੇ ਜਾ ਰਹੇ ਨੇ ਤੇ ਜੇ ਉਹਨਾਂ ਨੂੰ ਟ੍ਰੈਫਿਕ ਪੁਲਿਸ ਵਾਲਾ ਦਿਖ ਗਿਆ, ਉਹਨਾਂ ਨੂੰ ਇਹ ਪਤਾ ਕਿ ਵਿਦਆਊਟ ਆਫੈਂਸ ਵੀ ਮੇਰੇ ਕੋਲ ਪੈਸੇ ਲੈ ਲਏਗਾ। ਜੇ ਉਹ ਲੇਟ ਨਾਈਟ ਕਿਤੇ ਜਾ ਰਹੇ ਨੇ, ਇਹਨਾਂ ਡਰ ਵਾ ਇੱਥੋਂ ਦੇ ਪੰਜਾਬ ਦੇ ਬਸ਼ਿੰਦਿਆਂ ਦੇ ਕਿ ਇਹ ਬਦੋ ਬਦੀ ਇਹਨਾਂ ਨੇ ਸਾਡੇ ਨਾਲ ਕੋਈ ਕਰਪਸ਼ਨ ਕਰ ਲੈਣੀ ਜਾਂ ਮੈਨੂੰ ਕੋਈ ਫਾਲਸ ਇੰਪਲੀਕੇਸ਼ਨ ਕਰ ਦੇਣੀ ਹੈ। ਸੋ ਇੱਦਾਂ ਦੀ ਬਦਕਿਸਮਤੀ ਤੋਂ ਬਚਣ ਲਈ ਲੋਕ ਇੱਥੋਂ ਜਿਹੜਾ ਕਿਨਾਰਾ ਕਰ ਰਹੇ। ਇੱਕ ਬੜੀ ਅਹਿਮ ਚੀਜ਼, ਕਿਉਂਕਿ ਕਹਿੰਦੇ ਕਿ ਅਦਾਲਤਾਂ ਜਿਹੜੀਆਂ ਹੁੰਦੀਆਂ ਉਹ ਵੀ ਆਇਨਾ ਹੁੰਦੀਆਂ, ਸ਼ੀਸ਼ਾ ਹੁੰਦੀਆਂ ਨੇ ਕਿਸੇ ਵੀ ਸਮਾਜ ਦਾ ਜਿਹੜਾ ਉੱਥੇ ਵਸਦਾ ਹੈਗਾ। ਤੇ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਤੌਰ ਵਕੀਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ। ਬਹੁਤ ਸਾਰੇ ਜਿਹੜੇ ਕੇਸਿਸ ਆਉਂਦੇ ਨੇ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਦਾ ਇੱਕ ਦਰਪਣ ਹੁੰਦੇ ਨੇ, ਉਹ ਇੱਕ ਝਲਕ ਸਾਨੂੰ ਦੇ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈਗਾ। ਕਿਸ ਤਰੀਕੇ ਦੇ ਕੇਸਿਸ ਜਿਹੜੇ ਨੇ ਇਸ ਵੇਲੇ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਹੇ ਨੇ, ਤੇ ਨਾਲ ਦੀ ਨਾਲ ਜੇ ਤੁਹਾਡੀ ਗੱਲ ਕਰੀਏ ਤੁਹਾਡੇ ਤੱਕ ਪਹੁੰਚ ਹੋ ਰਹੇ ਨੇ? ਦੇਖੋ, ਮੈਂ ਇੱਕ ਪੁਰਾਣਾ ਐਗਜ਼ਾਮਪਲ ਕੋਟ ਕਰਦਾ ਹੈ। ਰੂਪਨਦੋਲ ਬਜਾਜ ਦਾ ਕੇਸ ਸੀ, ਜਿਹੜੇ ਮੇਰੇ ਸੀਨੀਅਰ ਸਰਦਾਰ ਅਮਰ ਸਿੰਘ ਚਾਹਲ ਸੀ, ਉਹਨਾਂ ਨੇ ਬੜੀ ਤਸ਼ੱਦਦ ਦੇ ਨਾਲ, ਬੜੀ ਮਿਹਨਤ ਦੇ ਨਾਲ ਉਸ ਕੇਸ ਨੂੰ ਜਿਹੜਾ ਵਾ ਉਹਦੇ ਅੰਜਾਮ ਤੱਕ ਲੈ ਕੇ ਗਏ। ਉਹ ਪਹਿਲਾ ਕੇਸ ਸੀ ਇੰਸਟਾਂਸ ਆ ਕਿ 354 ਸੈਕਸ਼ਨ ਜਿਹੜਾ IPC ਦਾ ਹੈ ਮੋਲੈਸਟੇਸ਼ਨ ਦਾ, ਉਹ ਫਸਟ ਟਾਈਮ ਇੰਡੀਆ ਦੇ ਵਿੱਚ ਜਿਹੜਾ ਵਾ ਕੰਪਲੇਂਟ ਕੇਸ ਦੇ ਤੌਰ ਤੇ ਪਹਿਲੀ ਵਾਰੀ ਰਜਿਸਟਰ ਹੋਇਆ ਸੀ। ਉਹਦੇ ਤੋਂ ਤੁਸੀਂ ਸਿਨੈਰੀਓ ਸਮਝ ਲਓਗੇ ਕਿ ਉਸ ਟਾਈਮ ਤੋਂ ਲੈ ਕੇ ਕਿੱਦਾਂ ਦਾ ਟਾਈਮ ਹੋਏਗਾ, ਕਿ ਕਿੱਦਾਂ ਦਾ ਸਿਸਟਮ ਆ ਸਾਡੀ ਕੰਟਰੀ ਦੇ ਵਿੱਚ। ਇੱਕ IAS ਲੇਡੀ ਆ, ਉਹਦਾ ਆਫਿਸਰ IAS ਆ, ਸੀਨੀਅਰ IAS ਨੇ, ਉਹਨੂੰ ਇੱਕ ਸੁਪਰ ਕਾਪ ਨਾ ਅਖਵਾਉਣ ਵਾਲਾ KPS ਗਿੱਲ ਭਰੀ ਮਹਿਫਲ ਦੇ ਵਿੱਚ ਮੋਲੈਸਟ ਕਰਦਾ। ਉਹ ਦਰ ਦੀਆਂ ਠੋਕਰਾਂ ਖਾਂਦੀ, ਉਹ ਗਵਰਨਰ ਕੋਲ ਜਾਂਦੀ ਆ, ਉਹ ਜਿਹੜੇ ਚੰਡੀਗੜ੍ਹ ਦੇ ਐਡਵਾਈਜ਼ਰ ਕੋਲ ਜਾਂਦੀ ਆ, ਉਹ SSP ਕੋਲ ਜਾਂਦੀ ਹੈ ਕਿ ਇਹਦੇ ਤੇ ਪਰਚਾ ਦਰਜ ਕਰੋ, ਕੋਈ ਨਹੀਂ ਕਰਦਾ। ਕੋਈ ਲਾਇਰ ਨਹੀਂ ਤਿਆਰ ਕਿ KPS ਗਿੱਲ ਦੇ ਖਿਲਾਫ ਕੋਈ ਕੰਪਲੇਂਟ ਕਰਨੀ ਹੈ। ਤੇ ਉਸ ਸਮੇਂ ਜਿਹੜੇ ਚਹਿਲ ਨੇ ਉਹ ਖੜ ਕੇ ਕੰਪਲੇਂਟ ਕਰਦੇ ਨੇ, ਔਰ ਅਲਟੀਮੇਟਲੀ ਉਹ
13 ਜਾਂ 14 ਸਾਲ ਉਹ ਕੇਸ ਫਾਈਟ ਕਰਦੇ ਨੇ, ਫਿਰ ਸੁਪਰੀਮ ਕੋਰਟ ਤੋਂ ਜਾ ਕੇ ਉਹਨਾਂ ਨੂੰ ਜਿਹੜੀ ਹੈ 6 ਮਹੀਨੇ ਦੀ ਪਨਿਸ਼ਮੈਂਟ ਮਿਲਦੀ ਹੈ। ਸੋ ਇਹ ਸਿਨੈਰੀਓ ਆ। ਇਹ ਜੇ ਸੀਨੀਅਰ ਆਫੀਸਰ ਦੇ ਨਾਲ ਇਦਾਂ ਦੀ ਬਦਕਿਸਮਤੀ ਬੀਤ ਸਕਦੀ ਆ ਕਿ ਉਹਦੇ ਨੂੰ ਇੰਨਾ ਰੋਲਿਆ ਜਾ ਸਕਦਾ, ਇੰਨੀ ਥ੍ਰੈਟਸ ਆ ਸਕਦੀਆਂ, ਤੇ ਜਿਹੜਾ ਨਾਰਮਲ ਬੰਦਾ ਉਹਦੇ ਨਾਲ ਕੀ ਹੁੰਦਾ ਹੋਏਗਾ। ਸੋ ਇਦਾਂ ਦੀਆਂ ਇੱਕ ਨੰਬਰ ਆਫ ਐਗਜ਼ਾਮਪਲਸ ਨੇ। ਹੁਣ ਤੁਸੀਂ ਇੱਕ ਰੀਸੈਂਟ ਐਗਜ਼ਾਮਪਲ ਅਸੀਂ ਦੱਸ ਦਿੰਦੇ ਹਾਂ। ਇੱਕ ਬਲਵਿੰਦਰ ਸਿੰਘ ਬਿੱਟੂ ਨਾਮ ਦਾ ਵਿਟਨੈਸ ਸੀ ਬੇਅੰਤ ਸਿੰਘ ਐਸੀਨੇਸ਼ਨ ਕੇਸ 'ਚ, ਜਿਹਨੇ ਉਹ ਐਂਬੈਸਡਰ ਗੱਡੀ ਨੂੰ ਪੇਟ ਕੀਤਾ ਸੀ, ਜਿਹੜੀ ਐਜ਼ ਆ ਯੂਜ਼ ਹੋਈ ਸੀ, ਜਿਹੜੀ ਉਹ ਸੀਨ ਦੇ ਵਿੱਚ ਬਲਾਸਟ ਦੇ ਵਿੱਚ ਨਹੀਂ ਯੂਜ਼ ਹੋਈ ਸੀ, ਜਿਹਦੇ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਰਾਜੋਮਾਣਾ ਉਹਨੂੰ ਯੂਜ਼ ਕਰਕੇ ਅੰਦਰ ਐਂਟਰ ਕਰਕੇ ਗਏ ਸੀ। ਉਸ ਐਂਬੈਸਡਰ ਨੂੰ ਦਿੱਲੀ ਤੋਂ ਖਰੀਦਿਆ ਗਿਆ ਸੀ, ਤੇ ਇੱਥੇ ਆ ਕੇ ਉਹਦੀ ਜੋ ਕੋਈ ਡੈਂਟਿੰਗ ਪੇਂਟਿੰਗ ਕੀਤੀ ਸੀ, ਉਹ ਬਲਵਿੰਦਰ ਸਿੰਘ ਨਾਮ ਦੇ ਇੱਕ ਡੈਂਟਰ ਨੇ ਕੀਤੀ ਸੀ। ਉਹ ਇੱਕ ਵਿਟਨੈਸ ਸੀ। ਉਹਨੇ ਵਿਟਨੈਸ ਇਹ ਦਿੱਤੀ ਸੀ ਕਿ ਇਹ 2 ਬੰਦੇ ਮੇਰੇ ਕੋਲ ਪੇਂਟ ਕਰਾ ਕੇ ਗਏ ਸੀ, ਉਹਨੇ ਮੰਨਿਆ ਸੀ। ਉਸ ਤੋਂ ਬਾਅਦ ਸੁਮੇਰ ਸਿੰਘ ਸੈਣੀ ਨੇ ਉਹਨੂੰ ਪੁਲਿਸ 'ਚ ਭਰਤੀ ਕੀਤਾ ਬਤੌਰ ਕਾਂਸਟੇਬਲ। ਉਹ ਅੱਜ ਕੱਲ੍ਹ ਹੈੱਡ ਕਾਂਸਟੇਬਲ ਦੀ ਤੌਰ 'ਤੇ ਜਿਹੜਾ ਬਟਾਲੀਅਨ 13 'ਚ ਕੰਮ ਕਰਦਾ। ਉਹਦੀਆਂ 2 ਸ਼ਾਦੀਆਂ ਹੋਈਆਂ। ਇੱਕ ਸ਼ਾਦੀ ਦੇ ਵਿੱਚੋਂ ਉਹਦੀ ਇੱਕ ਡਾਟਰ ਸੀ, ਉਹ ਵਾਈਫ ਉਹਦੀ ਐਕਸਪਾਇਰ ਕਰਦੀ ਹੈ। ਇੱਕ ਬੇਟਾ ਵੀ ਸੀ ਉਸ ਸ਼ਾਦੀ 'ਚੋਂ। ਉਹ ਸੈਕਿੰਡ ਸ਼ਾਦੀ ਕਰਾਉਂਦਾ। ਉਸ ਸੈਕਿੰਡ ਸ਼ਾਦੀ ਦੇ ਵਿੱਚੋਂ ਉਹਨਾਂ ਦਾ ਕੋਈ ਇਸ਼ੂ ਨਹੀਂ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਇਹ ਬੰਦਾ ਤੇ ਬਿਲਕੁਲ ਹੀ ਗਲਤ ਹੈਗਾ, ਕਿ ਇਹਦੇ ਨਾਲ ਨਹੀਂ ਗੱਲ ਬਣ ਸਕਦੀ, ਉਹਦੇ ਕੋਰਟ ਕੇਸਿਸ ਚੱਲਦੇ ਨੇ। ਕੋਰਟ ਕੇਸਿਸ ਦੇ ਵਿੱਚ ਉਹ ਆਪਣੀ ਮੇਨਟੇਨੈਂਸ ਮੰਗਦੀ ਆ, ਉਹ ਆਪਣਾ ਜੋ ਵੀ ਉਹਨੂੰ ਰਿਲੀਫ ਚਾਹੀਦੇ ਸੀ ਉਹ ਮੰਗਦੀ ਹੈ। ਇਨ ਮੀਨ ਟਾਈਮ ਇੱਕ ਲੜਕੀ ਜਿਹੜੀ ਬਠਿੰਡੇ ਦੀ ਰਹਿਣ ਵਾਲੀ ਆ, ਉਹ ਇੱਥੇ 25 ਸੈਕਟਰ ਦੇ ਵਿੱਚ ਆਪਣੀ ਸਿਵਲ ਸਰਵਿਸ ਦੀ ਤਿਆਰੀ ਕਰਨ ਵਾਸਤੇ ਆਉਂਦੀ ਆ। ਨੌਜਵਾਨ ਲੜਕੀ, ਉਹਨੂੰ ਇਹ ਬਲਵਿੰਦਰ ਸਿੰਘ ਜਿਹੜਾ ਸੱਜਣ ਹੈਗਾ ਜਿਹਦਾ ਮੈਂ ਨਾਮ ਲੈ ਰਿਹਾ, ਉਹਨੂੰ ਫੋਲੋ ਕਰਦਾ। 25 ਸਾਲ ਦੀ ਕੁੜੀ ਨੂੰ ਇੱਕ 50 ਸਾਲ ਦਾ ਜਿਹੜਾ ਇਹ ਡੈਂਟਰ ਕੰਮ ਜਿਹੜਾ ਬਾਅਦ 'ਚ ਪੁਲਿਸ ਆਫਿਸਰ ਬਣਦਾ ਸੁਮੇਰ ਸਿੰਘ ਸੈਣੀ ਦੀ ਮਿਹਰਬਾਨੀ ਨਾਲ, ਉਹਨੂੰ ਫੋਲੋ ਕਰਦਾ। ਔਰ ਅੱਗੇ ਜਿਹੜੀ ਆ ਬੜੀ ਦਿਲਚਸਪ ਆ ਕਿ ਉਸ ਬਲਵਿੰਦਰ ਬਿੱਟੂ ਨੂੰ ਐਸਕॉर्ट ਗੱਡੀ ਦਿੱਤੀ ਹੋਈ ਆ ਜੀ, ਉਹਦੇ ਨਾਲ 4 ਜਾਂ 5 ਗਨਮੈਨ ਹੁੰਦੇ ਆ। ਉਹ ਉਸ ਲੜਕੀ ਨੂੰ ਇੱਥੇ ਤੱਕ ਫੋਰਸ ਕਰਦਾ ਕਿ ਮੇਰਾ ਰੈਂਕ DSP ਹੈ, ਤੂੰ ਮੇਰੇ ਨਾਲ ਸ਼ਾਦੀ ਕਰਾਣਾ। ਉਹ ਲੜਕੀ ਕਹਿੰਦੀ ਹੈ ਕਿ ਤੇਰਾ ਤੇ ਮੇਰਾ ਕੋਈ ਮੈਚ ਹੀ ਨਹੀਂ, ਮੈਂ ਤੇ ਬਹੁਤ ਯੰਗ ਆ, ਤੂੰ ਇਹ ਆ, ਤੇਰੀ ਤੇ ਉਮਰ ਮੇਰੇ ਫਾਦਰ ਦੇ ਬਰਾਬਰ ਦੀ ਆ। ਇੱਥੋਂ ਤੱਕ ਉਹਨੂੰ ਫੋਰਸ ਕੀਤਾ ਗਿਆ ਕਿ ਜੇ ਤੂੰ ਮੇਰੇ ਨਾਲ ਸ਼ਾਦੀ ਨਹੀਂ ਕਰਾਏਂਗੀ ਮੈਂ ਤੈਨੂੰ ਗੋਲੀ ਮਾਰ ਦਾਂਗਾ ਜਾਂ ਮੈਂ ਆਪ ਮਰ ਜਾਵਾਂਗਾ ਜੀ। ਬਾਈ ਫੋਰਸ ਮੰਦਰ 'ਚ ਉਹਦੇ ਨਾਲ ਸ਼ਾਦੀ ਕੀਤੀ ਜਾਂਦੀ ਹੈ। ਪ੍ਰੋਟੈਕਸ਼ਨ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਜਾਂਦੀ ਹੈ ਕਿ ਇਸ ਲੜਕੀ ਦੇ ਪਰਿਵਾਰ ਤੋਂ ਮੈਨੂੰ ਖਤਰਾ, ਮੈਂ ਨਾਲ ਸ਼ਾਦੀ ਕਰਾਈ ਹੈ। ਔਰ ਉਸ ਤੋਂ ਬਾਅਦ ਉਹ ਸ਼ਾਦੀ ਹੋਣ ਤੋਂ ਬਾਅਦ ਉਹਨੂੰ ਐਸੇ ਕੋਈ ਸਿਸਟਮ 'ਚ ਰੱਖਿਆ ਜਾਂਦਾ ਕਿ ਉਹਨੂੰ ਮੈਂਟਲੀ ਹਰਾਸ ਕੀਤਾ ਜਾਂਦਾ ਲੜਕੀ ਨੂੰ। ਇੱਕ ਉਸ ਸ਼ਾਦੀ 'ਚੋਂ ਇੱਕ ਬੱਚੀ ਹੁੰਦੀ ਆ, ਔਰ ਜਦੋਂ ਬੱਚੀ ਹੋ ਜਾਂਦੀ ਹੈ ਉਹਨੂੰ ਪਤਾ ਲੱਗਦਾ ਕਿ ਇਹਦਾ ਤੇ ਇੱਕ ਸੰਬੰਧ ਆਉਂਦਾ ਹੈ ਘਰ 'ਚ ਕਿ ਇਹਦੀ ਤੇ ਆਲਰੇਡੀ ਇੱਕ ਸ਼ਾਦੀ ਹੋ ਰੱਖੀ ਹੈ, ਜਿਸ 'ਚੋਂ ਡਾਈਵੋਰਸ ਨਹੀਂ ਹੈਗੀ, ਤੇ ਉਹ ਰਿਲੀਫ ਮੰਗਦੀ ਹੈ। ਉਸ ਕੇਸ ਦੇ ਵਿੱਚ SHO ਤੋਂ ਲੈ ਕੇ SSP ਤੱਕ ਜਿਹੜਾ ਵਾ, ਉਸ ਲੜਕੀ ਨੇ ਕੋਸ਼ਿਸ਼ ਕਰ ਲਈ ਕਿ ਇਹਦੇ ਤੇ 494 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਕਿ ਇਹਨੇ ਝੂਠ ਬੋਲ ਕੇ ਮੇਰੇ ਨਾਲ ਸ਼ਾਦੀ ਕੀਤੀ ਆ, ਕਿਉਂਕਿ ਪਹਿਲੀ ਵਾਈਫ ਜਿਹੜੀ ਐਕਸਪਾਇਰ ਕਰ ਗਈ, ਸੈਕਿੰਡ ਵਾਈਫ ਜਿਹੜੀ ਆ ਉਹਨੂੰ ਡਿਸਪਿਊਟ ਚੱਲ ਰਿਹਾ, ਉਹ ਹਾਈਡ ਕਰਕੇ ਦੋਨੋਂ ਸ਼ਾਦੀ ਕਰ ਲਈ। ਤੇ ਉਹ ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਨਾਲ ਫਰਾਡ ਹੋ ਗਿਆ ਤੇ ਕੋਈ ਕੇਸ ਰਜਿਸਟਰ ਕਰਨ ਨੂੰ ਤਿਆਰ ਨਹੀਂ। ਅਲਟੀਮੇਟਲੀ ਉਹ ਜਦੋਂ ਲੜਕੀ ਸਾਡੇ ਕੋਲ ਆਉਂਦੀ ਆ ਤੇ ਅਸੀਂ ਉਹਦੀ ਜਦੋਂ ਮਦਦ ਕਰਨ ਲਈ ਕੋਰਟ 'ਚ ਜਾਂਦੇ ਆ, ਤੇ ਕੋਰਟ ਦੇ ਵਿੱਚ ਬੜੀ ਜ਼ੋਰ ਦੇ ਨਾਲ ਉਹਨੂੰ ਸਮਨਿੰਗ ਹੁੰਦੀ ਆ। ਇਨ ਮੀਨ ਟਾਈਮ ਅੱਗੇ ਦੇਖੋ ਕਿੱਦਾਂ ਦੀ ਇੱਕ ਸਿਸਟਮ ਚੱਲਦਾ। ਜਦੋਂ ਸਮਨਿੰਗ ਹੋਣ ਲੱਗਦੀ ਆ, ਉਹਦੀ ਨੌਕਰੀ ਦਾ ਸਵਾਲ ਖੜਾ ਹੁੰਦਾ, ਉਹ ਇੱਕ ਝੂਠਾ ਪਰਚਾ NDPS ਦਾ ਉਸ ਲੜਕੀ ਤੇ ਪਵਾ ਦਿੰਦਾ। ਨਵਾਂ ਗਰਾਊਂਡ ਥਾਣੇ ਤੋਂ ਉਹ ਲੜਕੀ ਤੇ ਕੁਝ NDPS ਦੀ ਕੋਈ ਪ੍ਰੋਡਕਟ ਰੱਖ ਕੇ ਉਹਦੀ ਕਸਟਡੀ 'ਚ ਇੱਕ ਝੂਠਾ ਕੇਸ ਦਰਜ, ਜਾਣੀ ਕਿ ਆਪਣੇ ਆਪ ਦੇ ਬਚਾਅ ਦੇ ਲਈ ਉਹ ਲੜਕੀ ਨੂੰ ਇਸ ਤਰੀਕੇ ਨਾਲ ਵਰਤਿਆ ਜਾ ਰਿਹਾ। ਉਹ ਲੜਕੀ ਅੱਜ ਰੋਪੜ ਜੇਲ੍ਹ 'ਚ ਆ, ਉਹਦੀ 3 ਜਾਂ 4 ਸਾਲ ਦੀ ਬੱਚੀ ਵੀ ਰੋਪੜ ਜੇਲ੍ਹ 'ਚ ਉਹਦੇ ਨਾਲ। ਇੱਦਾਂ ਦੀ ਹਵਾਨੀਅਤ, ਇੱਦਾਂ ਦੀ ਮਿਸਯੂਜ਼ ਆਫ ਪਾਵਰ ਹੋ ਰਹੀ ਹੈ ਇਸ ਮੁਲਕ 'ਚ। ਜਾਣੀ ਕਿ ਕੀ ਕਰੋ, ਉਹ ਇਨੋਸੈਂਟ ਬੱਚੀ ਵੀ ਆਪਣੀ ਮਾਂ ਦੇ ਨਾਲ ਜੇਲ੍ਹ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ।
ਤਾਂ ਇਹ ਸਿਸਟਮ ਇਦਾਂ ਦਾ ਹੈਗਾ, ਇਹਨੂੰ ਆਪਣੇ ਹਿਸਾਬ ਨਾਲ ਵਰਤਿਆ ਜਾ ਹਾਂ, ਸਕਦਾ। ਉਹ ਇਸੇ ਕਰਕੇ ਵਰਤਿਆ ਗਿਆ ਕਿਉਂਕਿ ਉਹ ਆਪਣੇ ਆਪ ਨੂੰ ਇਹ ਦੱਸਦਾ ਕਿ ਮੈਂ ਉਹਨਾਂ ਟੈਰਰਿਸਟਾਂ ਨੂੰ ਵਿਟਨੈਸ ਕਰਕੇ ਅੰਦਰ ਕਰਾਇਆ ਹੈ ਜਿਨ੍ਹਾਂ ਨੇ ਬੇਅੰਤ ਸਿੰਘ ਨੂੰ ਮਾਰਿਆ ਸੀ। ਉਹ ਆਪਣੇ ਆਪ ਨੂੰ ਵੀ ਸੁਪਰ ਕਾਪ ਮੰਨਦਾ, ਸੋ ਉਹਦੇ ਖਿਲਾਫ ਕੋਈ ਚੱਲਣ ਨੂੰ ਤਿਆਰ ਨਹੀਂ, ਉਹਦੇ ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ। 13 ਬਟਾਲੀਅਨ ਦੇ ਜਿਹੜੇ ਕਮਾਂਡੈਂਟ ਹੈ, ਉਹ ਲੜਕੀ ਦਰ ਦੀਆਂ ਠੋਕਰਾਂ ਖਾ ਕੇ ਉਹਦੇ ਤੱਕ ਪਹੁੰਚਦੀ ਰਹੀ ਕਿ ਇਹਦੀ ਸ਼ਾਦੀ ਜਿਹੜੀ ਆ ਸੈਕਿੰਡ ਮੈਰਿਜ ਹੋਈ ਆ, ਔਰ ਸੈਕਿੰਡ ਮੈਰਿਜ ਜਿਹੜਾ ਸਾਡਾ ਸਿਵਲ ਰੂਲਸ ਹੈਗੇ ਨੇ, ਸਾਡੀ ਜਿਹੜੀ ਇੰਪਲੋਇਮੈਂਟ ਦੇ ਗਵਰਨਮੈਂਟ EMPLOYE ਸੈਕਿੰਡ ਮੈਰਿਜ ਨਹੀਂ ਕਰ ਸਕਦਾ, ਉਹਦੇ ਤੇ ਪਾਬੰਦੀ ਆ। ਤੇ ਉਹ ਜੇ ਉਹ ਕਰਦਾ ਹੈ ਤੇ ਉਹਨੂੰ ਜਿਹੜਾ ਕੋਰਟ ਜਿਹੜੀ ਆ ਉਹਦੀ ਡਿਊਟੀ ਤੋਂ ਡਿਸਮਿਸ ਕੀਤਾ ਜਾਂਦਾ, ਪਰ ਉਹਨੂੰ ਕੋਈ ਨਹੀਂ ਕਰਦਾ ਜੀ, ਕਿਉਂਕਿ ਉਹ ਸੁਮੇਧ ਸਿੰਘ ਸੈਣੀ ਦਾ ਲਾਇਆ ਸੀ, ਕਿਉਂਕਿ ਉਹ ਸੁਪਰ ਕਾਪ ਹੈ, ਕਿਉਂਕਿ ਉਹਦੇ ਕੋਲ ਗਨਮੈਨ ਨੇ। ਸੋ ਇਦਾਂ ਦੀਆਂ ਸਾਰੀਆਂ ਸਿਨੈਰੀਓ, ਨੰਬਰ ਆਫ ਕੇਸਿਸ ਨੇ ਜਿੱਥੇ ਇਦਾਂ ਦੇ ਫਰਾਡ ਹੋ ਰਹੇ ਨੇ। ਅਦਾਲਤਾਂ ਦਾ ਯਾਨੀ ਕਿ ਅਦਾਲਤਾਂ ਨੂੰ ਵੀ ਲੋਕ ਮੂਰਖ ਬਣਾ ਕੇ ਆਪਣੇ ਹਿਸਾਬ ਨਾਲ ਵਰਤ ਰਹੇ ਨੇ, ਜਿਹੜੇ ਜਿਨ੍ਹਾਂ ਨੂੰ ਪਤਾ ਹੈਗਾ ਸਿਸਟਮ ਦਾ। ਦਿਲਸ਼ੇਰ ਜੀ, ਜਦੋਂ ਕਿਉਂਕਿ ਤੁਹਾਡੀ ਅਸੀਂ ਗੱਲ ਕਰੀ, ਤੁਸੀਂ ਲਗਾਤਾਰ ਕੋਸ਼ਿਸ਼ ਇਹ ਵੀ ਕਰ ਰਹੇ ਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਜਿਹੜਾ ਹੈਗਾ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਤੱਕ ਪਹੁੰਚਾਇਆ ਜਾਵੇ, ਤਾਂ ਇਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣੇ ਆ, ਉਹਨਾਂ ਦੀਆਂ ਵੀ ਭਾਵਨਾਵਾਂ ਬੜੇ ਸਮੇਂ ਤੋਂ ਜੁੜੀਆਂ ਹੋਈਆਂ ਨੇ, ਖਾਸ ਕਰਕੇ ਇਹਨਾਂ ਕੇਸਾਂ ਨੂੰ ਲੈ ਕੇ, ਕਿ ਕਿਹੜੇ ਹਾਲਾਤ ਸੀ ਉਸ ਵੇਲੇ, ਲੋਕਾਂ ਨੇ ਆਪਣੇ ਹਿਸਾਬ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਕਾਨੂੰਨੀ ਪ੍ਰਕਿਰਿਆ ਤਾਂ ਹੀ ਦੇਖਦੇ ਹਾਂ ਤਾਂ ਉਹ ਦੋਸ਼ੀ ਵੀ ਹੁੰਦੇ ਨੇ, ਉਹ ਸਿਸਟਮ ਦੇ ਖਿਲਾਫ ਚੱਲਦੇ ਨੇ, ਉਹਨਾਂ 'ਤੇ ਇਲਜ਼ਾਮ ਤੈਅ ਕੀਤੇ ਜਾਂਦੇ ਨੇ, ਤਾਂ ਉਸ ਤੋਂ ਬਾਅਦ ਸਜ਼ਾ ਵੀ ਦਿੱਤੀ ਜਾਂਦੀ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਇਹ ਸਾਰੇ ਮਾਮਲੇ ਦੇ ਵਿੱਚ ਰੇੜਕਾ ਅੜਿਆ ਕਿੱਥੇ ਹੈਗਾ? ਕਿਉਂਕਿ ਤੁਸੀਂ ਵਕਾਲਤ ਕਰ ਰਹੇ ਹੋ, ਕੇਸ ਲੜ ਰਹੇ ਹੋ, ਤਾਂ ਭਰੋਸੇ ਤੇ ਲਾਰੇ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲਗਾਤਾਰਤਾ ਦੇ ਵਿੱਚ ਮਿਲਦੀਆਂ ਆ ਰਹੀਆਂ, ਕੇਂਦਰ ਸਰਕਾਰ ਵੀ ਦਿੰਦੀ ਰਹੀ ਹੈ। ਮਸਲਾ ਹਾਲੇ ਤੱਕ ਵੀ ਅੜਿਆ ਕਿੱਥੇ ਹੈਗਾ, ਜਾਂ ਹੁਣ ਜਿਹੜੀਆਂ ਰਿਹਾਈਆਂ ਹੋਈਆਂ ਨੇ ਉਹ ਕਿਸ ਤਰੀਕੇ ਨਾਲ ਹੋਈਆਂ ਨੇ? ਦੇਖੋ, ਬੜੀ ਬਦਕਿਸਮਤੀ ਹੈ ਇਸ ਮੁਲਕ ਦੇ ਵਿੱਚ, ਫਿਰ ਜਿਹੜਾ ਸਿੱਖ ਇੱਕ ਮਿਨੋਰਿਟੀ ਦੇ ਤੌਰ 'ਤੇ ਫਿਰ ਉਸੇ ਗੱਲ ਨੂੰ ਸ਼ਿਕਾਰ ਕਰਦੇ ਹਾਂ ਕਿ ਅਸੀਂ ਇਹ ਗੱਲ ਕਹਿਣਾ ਨਹੀਂ ਚਾਹੁੰਦੇ, ਪਰ ਸਾਡੇ ਨਾਲ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਹੈਗਾ। ਜਦੋਂ ਅਸੀਂ ਟੇਬਲ 'ਤੇ ਸਰਕਾਰ ਦੇ ਨਾਲ ਬੈਠਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਬੰਦਿਆਂ ਨੇ ਜਿਹੜੀ ਸਜ਼ਾ ਕੱਟ ਲਈ ਆ ਤੇ ਤੁਸੀਂ ਇਹਨਾਂ ਨੂੰ ਛੱਡਦੇ ਕਿਉਂ ਨਹੀਂ ਆ, ਉਹ ਇੱਕ ਗੱਲ ਕੋਟ ਕਰ ਦਿੰਦੇ ਨੇ, ਖਾਸ ਕਰਕੇ ਜਗਤਾਰ ਸਿੰਘ ਹਵਾਰਾ ਵਾਸਤੇ, ਕਿ ਇਹਨਾਂ ਨੂੰ ਜੀ ਟਿਲ ਡੈਥ ਹੋਈ ਆ, ਇਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ। ਜਦੋਂ ਅਸੀਂ ਐਗਜ਼ਾਮਪਲ ਦਿੰਦੇ ਹਾਂ ਉਹਨਾਂ ਨੂੰ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਕੀ ਹੋਇਆ ਸੀ, ਉਹਨਾਂ ਨੂੰ ਟਿਲ ਡੈਥ ਹੋਈ ਸੀ, ਉਹ ਕਿੱਦਾਂ ਛੱਡਦੇ? ਉਦੋਂ ਤੁਹਾਡਾ ਹਿਊਮਨਟੇਰੀਅਨ ਵਰਡ ਕਿੱਦਾਂ ਆ ਜਾਂਦਾ? ਜਿਹੜੇ ਬੌਂਬ ਬਲਾਸਟ ਦੀ ਤੁਸੀਂ ਫਿਰ ਇੱਕ ਗੱਲ ਕਰਦੇ ਨੇ ਜੀ, ਹੀਨੀਅਸ ਕ੍ਰਾਈਮ ਨੇ, ਤੇ ਜਦੋਂ ਅਸੀਂ ਕਹਿੰਦੇ ਜੀ ਪ੍ਰਗਿਆ ਸਾਧਵੀ ਨੇ ਕਿਹੜਾ ਜਿਹੜਾ ਡੀ ਹੀਨੀਅਸ ਕ੍ਰਾਈਮ ਕੀਤਾ ਸੀ, ਉਹ ਜਿਹੜਾ ਤੁਹਾਡਾ ਸਮਝੌਤਾ ਐਕਸਪ੍ਰੈਸ ਬਲਾਸਟ ਕਰਨ ਵਾਲੇ, ਉਹਨਾਂ ਨੇ ਕਿਹੜੇ ਡੀ ਹੀਨੀਅਸ ਕ੍ਰਾਈਮ ਕੀਤੇ ਸੀ ਜਾਂ ਬੜੇ ਪੋਲਾਈਟ ਕ੍ਰਾਈਮ ਕੀਤੇ ਸੀ? ਉਹ ਕਿੱਦਾਂ ਬੰਦੇ ਬਚ ਗਏ? ਤੁਹਾਡੇ ਜਿਹੜੇ ਉਹ ਸੱਜਣ ਪਾਇਲਟ ਵਰਗੇ ਸੀ, ਉਹ ਜਹਾਜ਼ ਅਗਵਾ ਕਰ ਲੈਣ ਤੇ ਉਹ ਤਾਂ ਵੀ ਹੀਰੋ ਨੇ, ਉਹਨਾਂ ਨੂੰ ਟਿਕਟਾਂ ਮਿਲ ਜਾਣਗੀਆਂ। ਤੇ ਜੇ ਸਾਡੇ ਬੰਦਿਆਂ ਨੇ ਇੱਕ ਧਰਮ ਸੀ, ਉਹਨਾਂ ਨੇ ਗੁਰਬਾਣੀ ਦੇ ਆਧਾਰ ਨਾਲ ਕਿ ਜਦੋਂ ਕੋਈ ਦਲੀਲ ਅਪੀਲ ਨਹੀਂ ਸੁਣੀ ਜਾ ਰਹੀ ਸੀ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਆ, ਉਹ ਕੰਮ ਕੀਤਾ। ਨਾਲੇ ਉਹਨਾਂ ਨੇ ਇਹ ਗੱਲ ਨੂੰ ਐਕਸੈਪਟ ਕੀਤਾ ਕਿ ਅਸੀਂ ਕੀਤਾ ਤੇ ਸਜ਼ਾ ਭੁਗਤ ਲਈ ਆ। ਇਹ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਉਹਨਾਂ ਨੂੰ ਸਾਰੀ ਉਮਰ ਲਈ ਜਿਹੜਾ ਜੇਲ੍ਹ 'ਚ ਰੱਖੋਗੇ? ਠੀਕ ਹੈ, ਇਸ ਗੱਲ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ। ਕੌਮੀ ਇਨਸਾਫ ਮੋਰਚਾ ਦੀ ਇੱਕ ਟੀਮ ਚੱਲੀ, ਉਹਦੇ 'ਚ ਅਸੀਂ ਵੀ ਇੱਕ ਛੋਟਾ ਜਿਹਾ ਰੋਲ ਅਦਾ ਕਰ ਰਹੇ ਹਾਂ। ਅਸੀਂ ਵੀ ਥੋੜ੍ਹਾ ਬਹੁਤਾ ਸੰਗਤ ਦੇ ਸਹਿਯੋਗ ਨਾਲ ਇਹਦੇ 'ਚ ਮਿਹਨਤ ਕੀਤੀ, ਲੋਕਾਂ ਨੂੰ ਇਕੱਠੇ ਕੀਤਾ। ਸਭ ਤੋਂ ਔਖਾ ਕੰਮ ਸੀ ਇਹਦੇ 'ਚ ਪਬਲਿਕ ਓਪੀਨੀਅਨ ਕ੍ਰੀਏਟ ਕਰਨੀ, ਜਿਹੜੀ ਨਹੀਂ ਹੋ ਰਹੀ ਸੀ ਬੜੇ ਲੰਬੇ ਸਮੇਂ ਤੋਂ। ਕੌਮੀ ਇਨਸਾਫ ਮੋਰਚੇ ਦੀ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਹੱਕ 'ਚ ਇੱਕ ਪਬਲਿਕ ਓਪੀਨੀਅਨ ਕ੍ਰੀਏਟ ਕਰਤੀ ਕਿ ਇਹ ਨਜਾਇਜ਼ ਹੋ ਰਿਹਾ। ਘਰ ਘਰ ਤੱਕ ਇਹ ਗੱਲ ਚਲੀ ਗਈ ਕਿ ਬੰਦੀ ਸਿੰਘਾਂ ਨੂੰ ਜਿਹੜਾ ਵਾ ਗੈਰ ਕਾਨੂੰਨੀ ਤੌਰ 'ਤੇ ਜੇਲ੍ਹਾਂ 'ਚ ਰੱਖਿਆ ਹੋਇਆ, ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਲਈ ਜਿਹੜਾ ਸਖਤ ਕਾਨੂੰਨ ਇਸੇ ਕਰਕੇ ਨਹੀਂ ਬਣਾਇਆ ਜਾ ਰਿਹਾ ਕਿ ਬੇਅਦਬੀਆਂ ਲਗਾਤਾਰ ਨਿਰੰਤਰ ਦੋਸ਼ੀ ਕਰਦੇ ਨੇ। ਇਹ ਪਬਲਿਕ ਓਪੀਨੀਅਨ ਕ੍ਰੀਏਟ ਹੋਇਆ। ਲੱਖਾਂ ਦੇ ਇਕੱਠ ਇੱਥੇ ਹੋਏ ਮੋਰਚੇ 'ਤੇ, ਮੋਰਚੇ ਦੇ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਔਰ ਸਰਕਾਰ 'ਤੇ ਇਹਦਾ ਵਜ਼ਨ ਪਿਆ। ਅਲਟੀਮੇਟਲੀ ਅੱਜ ਜਿਹੜੇ ਲੋਕ ਕੁਝ ਗੱਲਾਂ ਕਰਦੇ ਨੇ ਕਿ ਇੱਕ ਜਜਮੈਂਟ ਦੇ ਆਧਾਰ 'ਤੇ ਕੁਝ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਈਆਂ, ਉਹ ਜਜਮੈਂਟਾਂ ਬੜੀਆਂ ਦੇਰ ਦੀਆਂ ਨੇ ਔਰ ਆਉਂਦੀਆਂ ਰਹਿੰਦੀਆਂ ਸੀ, ਪਰ ਕਦੀ ਕੋਈ ਜਜਿਸ, ਖਾਸ ਕਰਕੇ ਬੇਅੰਤ ਸਿੰਘ ਐਸੀਨੇਸ਼ਨ ਕੇਸ ਤੇ ਜਿਹੜੇ ਪੋਲੀਟੀਕਲ ਸਿੱਖ ਪ੍ਰਿਜ਼ਨਰਸ ਦੀ ਜਿਨ੍ਹਾਂ ਦੀ ਲੜਾਈ ਅਸੀਂ ਪੰਥ ਦੇ ਸਹਿਯੋਗ ਨਾਲ ਲੜ ਰਹੇ ਹਾਂ, ਉਹਨਾਂ ਦੀ ਕੋਈ ਨਹੀਂ ਸੁਣਵਾਈ ਹੁੰਦੀ ਸੀ। ਮੋਰਚੇ ਦੇ ਪ੍ਰੈਸ਼ਰ ਤੇ
ਗਵਰਨਮੈਂਟ ਨੇ ਰਿਪੋਰਟਾਂ ਠੀਕ ਦਿੱਤੀਆਂ। ਮੈਂ ਐਗਜ਼ਾਮਪਲ ਕੋਟ ਕਰਦਾ ਕਿ ਗੁਰਮੀਤ ਸਿੰਘ ਜੀ ਦੀ ਪ੍ਰੀਮੈਚੁਰ ਰਿਲੀਜ਼ ਐਪਲੀਕੇਸ਼ਨ ਲੱਗਦੀ ਹੈ ਹਾਈ ਕੋਰਟ ਦੇ ਵਿੱਚ ਕਿ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਕਿ ਸਿੰਸ 13 ਤੋਂ ਇਹ ਪ੍ਰੋਲ ਅਟੇਨ ਕਰਦੇ ਨੇ, ਬੜੇ ਅਮਨ ਸ਼ਾਂਤੀ ਨਾਲ ਆਉਂਦੇ ਨੇ ਜਾਂਦੇ ਨੇ, ਇਸ ਕਰਕੇ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਪਟਿਆਲੇ ਦਾ ਡੀਐਮ ਆਪਣੀ ਰਿਪੋਰਟ 'ਚ ਲਿਖਦਾ ਕਿ ਗੁਰਮੀਤ ਸਿੰਘ ਇਜ਼ ਅ ਮੈਨ ਆਫ ਈਵਲ ਮਾਈਂਡ, he will be a disastrous for the society if he will be released। ਹੁਣ ਉਹੀ ਰਿਪੋਰਟ ਜਦੋਂ ਸੀਜੀਐਮ ਚੰਡੀਗੜ੍ਹ ਦੇ ਵਿੱਚ ਅਸੀਂ ਇਹਨਾਂ ਦੀ ਬੇਲ ਐਪਲੀਕੇਸ਼ਨ ਫਾਈਲ ਕਰਦੇ ਹਾਂ, ਉਹ ਰਿਪੋਰਟ ਇਹ ਆਉਂਦੀ ਹੈ ਕਿ ਇਹ 2013 ਤੋਂ ਪ੍ਰੋਲ ਅਟੇਨ ਕਰਦੇ ਨੇ, ਇਹਨਾਂ ਦਾ ਕੰਡਕਟ ਗੁੱਡ ਆ, ਇਹਨਾਂ ਦਾ ਆਉਣ ਜਾਣ ਦਾ ਟਾਈਮ ਬਹੁਤ ਅੱਛਾ ਹੈ, ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੇ ਛੱਡ ਦਿੱਤਾ ਜਾਵੇ। ਸੋ ਇਹਨਾਂ ਡਿਫਰੈਂਸ ਆਉਂਦਾ, ਇਹ ਮੋਰਚੇ ਦੀ ਪ੍ਰਾਪਤੀਆਂ ਨੇ। ਸੋ ਜਿਹੜੀਆਂ ਸਰਕਾਰਾਂ ਈਵਲ ਮਾਈਂਡ ਦੇ ਬੰਦੇ ਦੱਸਦੀਆਂ ਸੀ, ਉਹ ਕਹਿੰਦੀਆਂ ਹੁਣੇ ਚੰਗੇ ਨੇ। ਇਹ ਇਸ ਕਰਕੇ ਚੰਗੇ ਹੋ ਗਏ ਨੇ ਕਿਉਂਕਿ ਲੋਕ ਇਹਨਾਂ ਦੇ ਨਾਲ ਚੰਗੇ ਖਲੋ ਗਏ ਨੇ। ਤੇ ਅਸੀਂ ਹੁਣ ਤੁਹਾਡੇ ਮਾਧਿਅਮ ਤੋਂ ਇਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਪ੍ਰਾਪਤੀਆਂ ਇਹ ਨਹੀਂ ਹੈਗਾ ਕਿ ਸਰਕਾਰ ਤੁਹਾਨੂੰ ਕੁਝ ਪਲੇਟ 'ਚ ਰੱਖ ਕੇ ਦਊਗੀ। ਇਹ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਟੀਮਸ ਨੇ ਜਿਹੜੀਆਂ ਮਿਹਨਤ ਕਰ ਰਹੀਆਂ, ਉਹ ਉਹਨਾਂ ਦੀ ਲਿਆਕਤ ਆ। ਅਸੀਂ ਸਰਕਾਰ ਤੋਂ ਇਹ ਚੀਜ਼ ਲੈਣੀ ਕਿੱਦਾਂ, ਜਿਹੜੀ ਚੀਜ਼ ਸਿੱਧੀ ਮਿਲਦੀ ਹੈ ਅਸੀਂ ਸਿੱਧੀ ਲੈ ਲੈਣੀ ਆ, ਜਿਹੜੀ 'ਚ ਸਾਨੂੰ ਕੁਛ ਰੂਟ ਲੈ ਕੇ ਜਾਣਾ ਪਏਗਾ ਅਸੀਂ ਸਾਨੂੰ ਰੂਟ ਲੈਣਾ ਪਏਗਾ। ਦਿਲਸ਼ੀਰ ਜੀ, ਕਿਉਂਕਿ ਤੁਸੀਂ ਲਗਾਤਾਰ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਪਿਛਲੇ ਸਮੇਂ ਦੇ ਵਿੱਚ ਇਹ ਚੀਜ਼ ਰਹੀ ਹੈ ਕਿ ਜਦੋਂ ਰਵਾਇਤੀ ਪਾਰਟੀਆਂ ਰਹੀਆਂ, ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਉਸ ਤਰੀਕੇ ਨਾਲ ਸਿਸਟਮ ਚੱਲਦਾ ਸੀ, ਫਿਰ ਕਾਂਗਰਸ ਦੀ ਸਰਕਾਰ ਉਹ ਵੀ 2 ਵਾਰੀ ਬਣੀ, ਉਹਨਾਂ ਨੇ ਆਪਣੇ ਤਰੀਕੇ ਨਾਲ ਸਿਸਟਮ ਚਲਾਇਆ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ। ਪਰ ਇਸ ਸਾਰੇ ਸਿਨੈਰੀਓ ਦੇ ਦੌਰਾਨ ਇੱਕ ਚੀਜ਼ ਸਮਝਣ ਵਾਲੀ ਹੈ ਕਿ ਇਸ ਵੇਲੇ ਬਹੁਤ ਸਾਰੀਆਂ ਅਲੱਗ ਤਰੀਕੇ ਦੀਆਂ ਜਿਹੜੀਆਂ ਹੀਨੀਅਸ ਘਟਨਾਵਾਂ ਹੋ ਗਈਆਂ, ਕਤਲ ਦੀਆਂ ਵਾਰਦਾਤਾਂ ਹੋ ਗਈਆਂ, ਉਹਨਾਂ ਦੇ ਵਿੱਚ ਵੀ ਵਾਧਾ ਹੋਇਆ। ਨਾਲ ਦੀ ਨਾਲ ਅਸੀਂ ਜੇ ਗੱਲ ਕਰੀਏ ਲੁੱਟ ਦੀਆਂ ਵਾਰਦਾਤਾਂ ਦੇ ਵਿੱਚ ਵੀ ਇਜ਼ਾਫਾ ਨਜ਼ਰ ਆ ਰਿਹਾ, ਜੋ ਹਾਲਾਤ ਇਸ ਵੇਲੇ ਬਣਦੇ ਜਾ ਰਹੇ ਨੇ, ਜਾਂ ਇੱਦਾਂ ਦੇ ਵਿੱਚ ਨਾਲ ਦੀ ਨਾਲ ਲੁੱਟ ਖੋਹਾਂ ਦੀਆਂ ਤੇ ਨਸ਼ੇ ਦੀਆਂ ਵਾਰਦਾਤਾਂ, ਇਹ ਸਾਰੀਆਂ ਚੀਜ਼ਾਂ ਜਿਹੜਾ ਮਾਹੌਲ ਇਸ ਵੇਲੇ ਪੰਜਾਬ 'ਚ ਬਣਿਆ ਹੋਇਆ, ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿ ਇਹ ਵਿਰੋਧੀਆਂ ਦੀ ਤਾਕਤ ਹੈ ਕਿ ਨਵੀਂ ਸਰਕਾਰ ਕਾਮਯਾਬ ਨਾ ਹੋ ਸਕੇ, ਜਾਂ ਫਿਰ ਨਵੀਂ ਸਰਕਾਰ ਦੀ ਪਕੜ ਇੰਨੀ ਮਜ਼ਬੂਤ ਨਹੀਂ ਹੈਗੀ ਕਿ ਇਹ ਲਗਾਤਾਰ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ? ਦੇਖੋ, ਇੱਕ ਗੱਲ ਹੈਗੀ ਹੈ, ਇਹਦੇ 'ਚ ਕੋਈ ਦੁਰਾਹਾ ਨਹੀਂ ਹੈਗੀਆਂ। ਪਿਛਲੀ ਸਰਕਾਰ ਦੀਆਂ ਬਹੁਤ ਵੱਡੀਆਂ ਨਾਕਾਮੀਆਂ ਗਲਤੀਆਂ ਨੇ ਜਿਹਦੇ ਕਰਕੇ ਇਹ ਸਰਕਾਰ ਇਸ ਵੇਲੇ ਸਾਬਤ ਹੋਈ ਆ। ਮੈਂ ਬਹੁਤ ਵਾਰੀ ਇਸ ਗੱਲ ਨੂੰ ਰਿਪੀਟ ਕਰਦਾ ਕਿ ਆਮ ਆਦਮੀ ਪਾਰਟੀ 'ਚ ਕੋਈ ਐਸਾ ਗੁਣ ਨਹੀਂ ਸੀ ਕਿ ਉਹ ਪੰਜਾਬ ਦੇ ਵਿੱਚ ਸੱਤਾ 'ਚ ਆ ਸਕਦੀ। ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਸੱਤਾ 'ਚ ਇਸ ਕਰਕੇ ਆਈ ਆ ਕਿ ਪੁਰਾਣੀਆਂ ਦੋਨੋਂ ਰਵਾਇਤੀ ਪਾਰਟੀਆਂ ਨੇ ਔਗਣ ਇਹਨੇ ਕਰਤੇ ਸੀ, ਉਹਨਾਂ ਔਗਣਾਂ ਦਾ ਫਾਇਦਾ ਇਹਨਾਂ ਨੂੰ ਮਿਲ ਗਿਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਹਨਾਂ ਕੋਲ ਜਿਹੜਾ ਕੋਈ ਕੰਟਰੋਲਿੰਗ ਫੈਕਟਰ ਨਹੀਂ ਹੈਗਾ, ਸਾਰੇ ਹੀ ਬਿਲਕੁਲ ਨਵੇਂ ਨੇ। ਐਸੇ ਐਮਐਲਏ ਆ, ਜਦੋਂ ਅਸੀਂ ਗੱਲਾਂ ਕਰਦੇ ਹਾਂ ਕਿਸੇ ਨਾਰਮਲੀ ਅਸੀਂ ਆਪਣੀ ਬਾਰ 'ਚ ਬੈਠਦੇ ਹਾਂ, ਕਿ ਐਸੇ ਐਮਐਲਏ ਵੀ ਜਿੱਤੇ ਨੇ ਜਿਨ੍ਹਾਂ ਦੀ ਮੋਬਾਈਲਾਂ ਦੀਆਂ ਦੁਕਾਨਾਂ ਸੀ, ਉਹ ਲੋਕਾਂ ਦੇ ਰਿਚਾਰਜ ਕਰਦੇ ਸੀ, ਤੇ ਜਦੋਂ ਉਹ ਐਮਐਲਏ ਬਣੇ ਨੇ ਤੇ ਉਹ ਕੋਠੇ ਤੇ ਚੜ੍ਹ ਕੇ ਨੱਚਦੇ ਰਹੇ ਨੇ 2-2 ਦਿਨ। ਕੋਈ ਐਸੇ ਐਮਐਲਏ ਵੀ ਆ ਜਿਨ੍ਹਾਂ ਨੂੰ ਇਹਨਾਂ ਵੀ ਨਹੀਂ ਪਤਾ ਕਿ ਅਸੀਂ ਦਸਤਖਤ ਕਿੱਦਾਂ ਕਰਨੇ ਨੇ। ਕੋਈ ਐਸੇ ਐਮਐਲਏ ਵੀ ਨੇ ਜਿਹੜੇ ਜਿੱਤ ਕੇ ਐਸੀ ਹੱਦ ਹਦੂਦ ਤੱਕ ਆ ਗਏ ਨੇ ਕਿ ਉਹ ਡਿਵੈਲਪਮੈਂਟ ਦੇ ਕੰਮਾਂ 'ਚ ਡਿੱਕਾ ਪਾਈ ਜਾਂਦੇ ਨੇ। ਖਾਸ ਕਰਕੇ ਇੱਕ ਐਮਐਲਏ ਬਾਬੇ ਬਕਾਲੇ ਸਾਹਿਬ ਤੋਂ ਆ, ਉਹ ਇਸ ਕਰਕੇ ਇੱਕ ਪਿੰਡ ਦੀ ਗਲੀ ਬਣਨ ਤੋਂ ਰੋਕ ਆਇਆ ਕਿ ਉਸ ਪਿੰਡ ਦੀ ਸਰਪੰਚ ਜਿਹੜੀ ਆ ਪਿਛਲੇ ਐਮਐਲਏ ਦੀ ਭੈਣ ਹੈਗੀ ਆ, ਕਿ ਜਿਨ੍ਹਾਂ ਤੱਕ ਉਹ ਮੇਰੇ ਕੋਲ ਨਹੀਂ ਆਉਂਦੀ ਉਹਨਾਂ ਤੱਕ ਮੈਂ ਗਲੀ ਨਹੀਂ ਬਣਨ ਦੇਣੀ। ਸੋ ਇੱਦਾਂ ਦੀ ਬੇਹੂਦਾ ਗੱਲਾਂ ਵੀ ਕਾਫੀ ਇਸ ਸਿਸਟਮ 'ਚ ਹੈਗੀਆਂ। ਇੱਥੋਂ ਇਹ ਪਤਾ ਲੱਗਦਾ ਕਿ ਇਹਨੇ ਕੈਪੇਬਲ ਨਹੀਂ ਹੈਗੇ। ਦੂਜੀ ਗੱਲ ਜਿਹੜੀ ਆ, ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਦੇਖੀਏ ਕਿ ਇਹ ਨੌਜਵਾਨ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਜਾਂ ਜਿਹੜੇ ਗੈਂਗਸਟਰਸ ਵੱਲ ਤੁਰ ਪਏ ਨੇ, ਇਹ ਮੁੰਡੇ ਤੇ ਆਪਣੇ ਹੀ ਨੇ। ਇਹ ਸਿਸਟਮ 'ਚ ਕਿਉਂ ਚਲੇ ਗਏ? ਜੇ ਇੱਕ ਮੁਹੱਲੇ 'ਚੋਂ ਇੱਕ ਮੁੰਡਾ IAS ਬਣ ਸਕਦਾ, ਇੱਕ PCS ਬਣ ਸਕਦਾ, ਜਾਂ ਇੱਕ ਡਾਕਟਰ ਜਾਂ ਵਕੀਲ ਬਣਦਾ, ਤੇ ਇੱਕ ਮੁੰਡਾ ਦੂਜੇ ਬੰਨੇ ਕਿਉਂ ਚਲੇ ਜਾਂਦਾ? ਮੈਜੋਰਿਟੀ ਕਿਉਂ ਗਲਤ ਬਣੇ ਜਾ ਰਹੀ ਆ? ਇਹਦੇ 'ਚ ਹੁਣ ਇਸ ਗੱਲ ਨੂੰ ਕੋਈ ਪ੍ਰੋਪੋਗੇਟ ਨਹੀਂ ਕਰਦਾ, ਕੋਈ ਚੈਨਲ ਇਸ ਗੱਲ ਨੂੰ ਨਹੀਂ ਲੈ ਕੇ ਆਉਂਦਾ। ਇਸ ਗੱਲ ਨੂੰ ਬੜੀ ਸਮਝਣ ਦੀ ਕੋਸ਼ਿਸ਼ ਆ ਕਿ ਸਾਡਾ ਜਿਹੜਾ ਅਸੀਂ ਵਾਸਟ ਇੰਡੀਆ 'ਚ ਤੁਰੇ ਫਿਰਦੇ ਹਾਂ, ਸ਼ਾਇਦ ਇਸ ਕਰਕੇ ਸਾਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਇਲਮ ਹੈਗੀ ਆ। ਜਿਹੜਾ ਬਾਰਡਰ ਸਿਕਿਉਰਿਟੀ ਫੋਰਸਿਸ ਨੇ ਜਾਂ ਜਿਹੜੀ ਆਰਮੀ ਆ, ਉਹਦੇ ਥਰੂ ਜਿਹੜੀ ਇਨਫਿਲਟਰੇਸ਼ਨ ਹੋ ਰਹੀ ਆ, ਜਿਹੜੀ ਬਾਰਡਰਸ ਦੇ ਥਰੂ ਇਨਫਿਲਟਰੇਸ਼ਨ ਆ ਡਰੱਗ ਦੀ ਆ ਜਾਂ ਆਰਮਸ ਦੀ ਆ, ਉਹ ਕਿੱਦਾਂ ਹੋ ਰਹੀ ਆ? ਉਹਦੇ 'ਚ ਖਾਸ ਕਰਕੇ ਜਿਹੜੀ ਆਰਮੀ ਦੇ ਬੰਦੇ ਜਾਂ BSF ਬਾਰਡਰ ਸਿਕਿਉਰਿਟੀ ਫੋਰਸਿਸ ਦੇ ਬੰਦੇ ਕਰਪਟ ਨੇ।
ਵੈਸੇ ਮੰਨਦੇ ਹੋ ਕਿ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਅਸੀਂ ਇਹ ਸਿੱਧੇ ਤੌਰ ਤੇ ਮੰਨ ਲਈਏ ਕਿ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਪੰਜਾਬ ਤੇ ਟਾਰਗੇਟ ਕੀਤਾ ਜਾ ਰਿਹਾ? ਹਾਂ, ਇਹ ਬਿਲਕੁਲ ਟਾਰਗੇਟ ਹੈ ਨਾ, ਕਿ ਖਾਸ ਕਰਕੇ ਹੀ ਪੰਜਾਬ ਦੇ ਜਾਂ ਤਰਨਤਾਰਨ ਜਾਂ ਫਿਰੋਜ਼ਪੁਰ ਵੱਲੋਂ ਜਿੱਥੋਂ ਬਾਰਡਰ ਲੱਗਦੇ ਨੇ ਉੱਥੋਂ ਜਿਹੜਾ ਨਸ਼ਾ ਜਿਹੜਾ ਵਾ ਨੌਜਵਾਨਾਂ ਤੱਕ ਪਹੁੰਚਾਇਆ ਜਾਂਦਾ ਹੈ, ਤੇ ਉਹ ਨੌਜਵਾਨ ਉਹਨੂੰ ਜਿਹੜਾ ਵਾ ਯੂਜ਼ ਕਰਦੇ ਨੇ, ਉਹ ਆਪਣੇ ਘਰ ਤੱਕ ਵੇਚ ਕੇ ਉਹਨੂੰ ਜਿਹੜਾ ਖਰੀਦਦੇ ਨੇ, ਫਿਰ ਅੱਗੇ ਤੱਕ ਐਕਸਪਲੋਰ ਕਰਦੇ ਨੇ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਨਾਲ ਵੀ ਬਾਰਡਰ ਲੱਗਦਾ, ਪਰ ਰਾਜਸਥਾਨ ਨੂੰ ਵੀ ਬੜਾ ਵੱਡਾ ਬਾਰਡਰ ਲੱਗਦਾ ਹੈਗਾ ਗਵਾਂਢੀ ਮੁਲਕ ਦਾ, ਤੇ ਉਧਰੋਂ ਨਹੀਂ ਹੁੰਦੀ ਹੋਗੀ ਟਾਰਗੇਟਿੰਗ ਆ। ਇਹਦਾ ਵੀ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ। ਹੁਣ ਮੈਂ ਜਿਹੜੀ ਮੇਰੀ ਗੱਲ ਸੀ, ਜਿਹੜੀ ਬੇਸਿਕਲੀ ਜਿਹੜਾ ਇੰਡੀਆ ਜਾਂ ਗੋਦੀ ਮੀਡੀਆ ਜਿਹਨੂੰ ਅਸੀਂ ਕਹਿੰਦੇ, ਉਹ ਨਹੀਂ ਇਹਨੂੰ ਹਾਈਲਾਈਟ ਕਰਦਾ। ਨੰਬਰ ਆਫ ਕੇਸਿਸ ਨੇ ਜਿੱਥੇ ਆਰਮੀ ਦੇ ਤੇ ਜਾਂ ਬਾਰਡਰ ਸਿਕਿਉਰਿਟੀ ਫੋਰਸਿਸ ਦੇ ਮੁਲਾਜ਼ਮ ਇਸ ਗੱਲ ਦੇ ਦੋਸ਼ੀ ਨੇ, ਜਿਹੜੇ ਇਨਫਿਲਟ੍ਰੇਸ਼ਨ ਕਰਾਉਂਦੇ ਨੇ, ਇਥੋਂ ਐਸੀ ਇਨਪੁਟ ਦਿੰਦੇ ਨੇ ਵੀ ਇਹ ਇਸ ਟਾਈਮ ਤੇ ਤੁਸੀਂ ਇਨਫਿਲਟ੍ਰੇਸ਼ਨ ਕਰੋ, ਨਕਸ਼ੇ ਦਿੰਦੇ ਨੇ, ਟਾਈਮ ਦਿੰਦੇ ਨੇ, ਉਹ ਕੋਈ ਜਿਹੜਾ ਵਾ ਕੋਰਸ ਤੁਹਾਨੂੰ ਇਹ ਗੱਲਾਂ ਨਹੀਂ ਦੱਸਦੀਆਂ ਕਿ ਇਹ ਬਾਰਡਰ ਸਿਕਿਉਰਿਟੀ ਫੋਰਸਿਸ ਦੇ ਬੰਦੇ ਇਦਾਂ ਦੇ ਕਰਦੇ ਨੇ। ਇਹ ਸਭ ਤੋਂ ਵੱਡੀ ਜਿਹੜੀ ਆ ਸਾਡੀ ਸਿਕਿਉਰਿਟੀ ਦੀ ਲੈਪਸ ਆ, ਕਿ ਬਾਰਡਰਸ ਦੇ ਥਰੂ ਸਾਡਾ ਜਿਹੜਾ ਨਸ਼ਾ ਪੰਜਾਬ 'ਚ ਆਉਂਦਾ ਜਾਂ ਹੋਰ ਸੂਬਿਆਂ 'ਚ ਵੀ ਜਾਂਦਾ। ਇਹ ਵੀ ਨਹੀਂ ਗੱਲ ਕਹਿ ਸਕਦੇ ਕਿ ਆਪਾਂ ਇਕੱਲਾ ਪੰਜਾਬ 'ਚ ਹੀ ਨਸ਼ਾ। ਹਿਮਾਚਲ 'ਚ ਤੁਸੀਂ ਚਲੇ ਜਾਓ, ਕਸੌਲ ਏਰੀਏ 'ਚ ਜੋ ਮਰਜ਼ੀ ਲੈ ਲਓ, ਉੱਥੇ ਪਲੇਟ 'ਚ ਧਰ ਕੇ ਦਿੰਦੇ ਨੇ। ਦਿੱਲੀ 'ਚ ਚਲੇ ਜਾਓ, ਤੁਹਾਨੂੰ ਪਲੇਟਾਂ 'ਚ ਧਰ ਕੇ ਮਿਲ ਜਾਊਗਾ। ਇੱਥੇ ਤਾਂ ਫਿਰ ਕੋਈ ਕਾਲੇ ਲਿਫਾਫੇ 'ਚ ਲਈ ਫਿਰਦਾ, ਕੋਈ ਲੁਕਾ ਕੇ ਲਈ ਫਿਰਦਾ। ਬਾਕੀ ਸੂਬਿਆਂ 'ਚ ਵੀ ਬੜਾ ਬੁਰਾ ਹਾਲ ਹੈ। ਪਰ ਤਰਾਸਦੀ ਇਹ ਆ ਕਿ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਜਿਹੜਾ ਪਿਆ ਉਹ ਸਾਡੇ ਪੰਜਾਬ ਨੂੰ, ਡੈਂਟ ਜਿਹੜਾ ਸਭ ਤੋਂ ਵੱਡਾ ਪੰਜਾਬ ਨੂੰ ਪਿਆ। ਫਿਲਮਾਂ ਬਣ ਗਈਆਂ। ਹਾਂ, ਫਿਲਮਾਂ ਤੱਕ ਮਤਲਬ ਕਿ ਟਰੋਲ ਹੋ ਗਿਆ ਕਿ ਇਹ ਜਿਹੜਾ ਪੰਜਾਬੀ ਨਸ਼ਈ ਨੇ। ਸੋ ਇਹ ਸਾਰਾ ਸਿਸਟਮ ਇੱਕ ਟਾਰਗੇਟਡ ਤਰੀਕੇ ਦੇ ਨਾਲ ਇੱਥੋਂ ਕਰਾਇਆ ਜਾ ਰਿਹਾ। ਬਾਹਰ ਜਾਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਮੈਂ ਸਮਝਦਾ ਹੈ, ਜਦੋਂ ਅਸੀਂ ਲੋਕ ਆਮ ਤੌਰ 'ਤੇ ਪਰਿਵਾਰਾਂ ਨੂੰ ਮਿਲਦੇ ਹਾਂ, ਪਰਿਵਾਰ ਇਹ ਕਹਿੰਦੇ ਨੇ ਕਿ ਜੇ ਪੰਜਾਬ 'ਚ ਰਿਹਾ ਤਾਂ ਸ਼ਾਇਦ ਨਸ਼ੇ 'ਤੇ ਲੱਗ ਜਾਏਗਾ, ਇਹਨੂੰ ਬਾਹਰ ਕੱਢ ਦਿਓ, ਬਾਹਰ ਚਲੇ ਜਾਓ। ਔਰ ਮੈਂ ਇੱਥੇ ਤੱਕ ਮਹਿਸੂਸ ਕਰਦਾ ਕਿ ਜਿਹੜੇ ਬੱਚੇ, ਅਸੀਂ ਹੁਣ ਪਰਿਵਾਰਾਂ 'ਚ ਰਹਿੰਦੇ ਹਾਂ, ਜੇ 1 ਜਾਂ 2 ਦਿਨ ਕਿਸੇ ਕੰਮ ਲਈ ਘਰੇ ਨਾ ਜਾਈਏ ਤਾਂ ਸਾਡੇ ਮਾਪੇ ਫੋਨ ਕਰਦੇ ਨੇ ਕਿ ਤੁਸੀਂ ਘਰੇ ਕਿਉਂ ਨਹੀਂ ਆਏ, ਸਾਡਾ ਦਿਲ ਨਹੀਂ ਲੱਗਦਾ, ਤੁਸੀਂ ਵਾਪਸ ਆਓ। ਤੇ ਜਿਹੜੇ ਉਹ ਵੀ ਮਾਪੇ ਧੰਨ ਨੇ ਜਿਹੜੇ 10-10 20-20 ਸਾਲ ਆਪਣੇ ਬੱਚਿਆਂ ਨੂੰ ਦੇਖਦੇ ਨੇ, ਸਿਰਫ ਵੀਡੀਓ ਕਾਲ ਤੇ ਗੱਲ ਕਰਦੇ ਨੇ ਜਾਂ ਫੋਨ ਤੇ ਗੱਲ ਕਰਦੇ। ਇੱਥੋਂ ਨਾਲੋਂ ਜਿਹੜੀ ਬਾਹਰ ਦੀ ਜ਼ਿੰਦਗੀ ਆ ਬੜੀ ਬੱਤਰ ਆ, ਬੜੀ ਹਾਰਡ ਆ। ਮੈਨੂੰ 4 ਦਫਾ ਖੁਦ ਅਮਰੀਕਾ ਰਹਿਣ ਦਾ ਮੌਕਾ ਮਿਲਿਆ। ਮੈਂ ਦੇਖਿਆ, ਉੱਥੋਂ ਬੜੇ ਨੇੜਿਓਂ ਦੇਖਿਆ ਕਿ ਜਿਹੜੇ ਸਾਡੇ ਸੱਜਣ ਨੇ ਜਾਂ ਰਿਸ਼ਤੇਦਾਰ ਨੇ, ਉਹ ਮਸ਼ੀਨਾਂ ਦੇ ਵਾਂਗੂ ਕੰਮ ਕਰੀ ਜਾਂਦੇ ਨੇ। ਉਹਨਾਂ ਦੀ ਕੋਈ ਆਪਣੀ ਫੈਮਿਲੀ ਦੇ ਨਾਲ ਬਾਉਂਡੇਸ਼ਨ ਬਹੁਤ ਘੱਟ ਆ। ਬੱਚੇ ਆਉਂਦੇ ਨੇ, ਹੈਲੋ ਹਾਈ ਕਰਦੇ ਨੇ, ਰੋਟੀ ਖਾਂਦੇ ਨੇ, ਆਪਣੇ ਕਮਰੇ 'ਚ ਚਲੇ ਜਾਂਦੇ ਨੇ, ਕੋਈ ਆਪਣੇ ਫੋਨ ਤੇ ਲੱਗਾ, ਕੋਈ ਇਦਾਂ ਦੀ ਜਿੱਦਾਂ ਪੰਜਾਬ 'ਚ EMI ਹੋ ਗਈ, ਗੱਡੀ ਦੀ EMI ਹੋ ਗਈ, ਰੈਂਟ ਹੋ ਗਏ, ਇਹਨਾਂ 'ਚ ਲੰਘ ਜਾਂਦੀ ਜ਼ਿੰਦਗੀ। ਬਿਲਕੁਲ। ਉੱਥੇ ਜਿਹੜੀ ਬਸ ਇਸ ਗੱਲ ਨੂੰ ਜਿਹੜੀ ਆ ਦੁਹਾਈ ਜਿਹੜੀ ਉਹਨਾਂ ਦੀ ਠੀਕ ਆ ਕਿ ਉੱਥੋਂ ਦਾ ਆਬੋ-ਹਵਾ ਚੰਗਾ, ਬਹੁਤ ਵਧੀਆ ਹੈਗਾ। ਉੱਥੇ ਉਹਦੀ ਜਿਹੜੀ ਫੂਡ ਅਡਲਟ੍ਰੇਸ਼ਨ 0 ਹੈਗੀ ਆ। ਇਹ ਗੱਲਾਂ ਸਾਰੀਆਂ ਠੀਕ ਨੇ, ਪਰ ਅਸੀਂ ਜਿਹੜੇ ਇੱਥੋਂ ਪੜ੍ਹ ਲਿਖ ਕੇ ਇਹ ਗੱਲ ਕਿਉਂ ਨਹੀਂ ਮਹਿਸੂਸ ਕਰਦੇ ਕਿ ਜੇ ਉੱਥੇ ਇਹ ਚੀਜ਼ਾਂ ਠੀਕ ਹੋ ਸਕਦੀਆਂ ਤੇ ਅਸੀਂ ਇੱਥੇ ਕਿਉਂ ਨਹੀਂ ਕਰਦੇ? ਮੈਂ ਇਹੀ ਸਵਾਲ ਕਰਨ ਲੱਗਾ ਸੀ। ਆਖਰੀ ਸਵਾਲ ਤੁਹਾਨੂੰ ਇਹੀ ਹੈ ਕਿ ਹੁਣ ਇੰਨਾ ਕੁਝ ਹੋ ਗਿਆ, ਇੰਨੀਆਂ ਚੀਜ਼ਾਂ ਹੋ ਰਹੀਆਂ ਨੇ, ਤੁਹਾਨੂੰ ਵੀ ਪਤਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੁੱਲੀਆਂ ਅੱਖਾਂ ਨਾਲ ਦਿਖਦੀਆਂ ਨੇ ਵੀ ਇਹ ਵਾਲੀਆਂ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ। ਆਖਿਰਕਾਰ ਫਿਰ ਕਮੀ ਕਿੱਥੇ ਹੈ, ਜਾਂ ਅਸੀਂ ਇਸ ਚੀਜ਼ ਤੋਂ ਕਿਵੇਂ ਇਸ ਤਰੀਕੇ ਨਾਲ ਉੱਭਰ ਸਕਦੇ ਹਾਂ? ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ, ਜਿਹੜੀਆਂ ਪੰਜਾਬ ਨੂੰ ਢਾਲ ਆ ਰਹੀਆਂ ਨੇ, ਇਹਨਾਂ ਤੋਂ ਬਚਿਆ ਕਿਸ ਤਰੀਕੇ ਨਾਲ ਜਾ ਸਕਦਾ ਤੁਹਾਡੇ ਹਿਸਾਬ ਨਾਲ? ਦੇਖੋ, ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ IAS ਬਣਨਾ ਜਾਂ IPS ਬਣਨਾ ਬਹੁਤ ਅੱਛੀ ਗੱਲ ਹੈ ਤੁਹਾਡੀ। ਉਹਦੇ ਨਾਲ ਤੁਸੀਂ ਸੁਸਾਇਟੀ ਲਈ ਬਹੁਤ ਵਧੀਆ ਵੈਲਫੇਅਰ ਕਰ ਸਕਦੇ ਹੋ। ਪਰ ਮੈਂ ਇਸ ਤੋਂ ਅੱਗੇ ਜਾਣਾ ਚਾਹਾਂਗਾ। ਜਿਹੜੀ ਪੰਜਾਬ ਦੀ ਤਰਾਸਦੀ ਆ, ਪੰਜਾਬ ਦੇ ਨੌਜਵਾਨ ਜਿਹੜਾ ਵਾ ਪੋਲੀਟਿਕਸ ਤੋਂ ਬਹੁਤ ਦੂਰ ਨੇ, ਜਿਹੜੀ ਚੰਗੀ ਪੋਲੀਟਿਕਸ ਤੋਂ। ਉਹ ਸਿਰਫ ਪੰਜਾਬ ਦਾ ਯੂਥ ਜਿਹੜੇ ਗੰਦੇ ਪੋਲੀਟੀਸ਼ੀਅਨਸ ਦੇ ਉਹਨਾਂ ਦੇ ਪਿੱਛੇ ਨਾਰੇ ਮਾਰਨ, ਜਿੰਦਾਬਾਦ ਮੁਰਦਾਬਾਦ ਕਰਨ ਲਈ ਬਸ ਕਰੀ ਜਾਂਦੇ ਨੇ ਜਾਂ ਰੈਲੀਆਂ ਕਰਨ 'ਚ ਆ। ਉਹ ਇਹ ਗੱਲ ਨਹੀਂ ਸੋਚਦੇ ਕਿ ਅਸੀਂ ਵੀ ਇੱਕ ਚੰਗੇ ਪੋਲੀਟੀਸ਼ੀਅਨ ਬਣਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਇਸ ਵੇਲੇ ਪੰਜਾਬ ਦੀ ਤਰਾਸਦੀ ਇਹ ਆ ਕਿ ਪੰਜਾਬ 'ਚੋਂ ਚੰਗੇ ਲੋਕਾਂ ਨੂੰ ਭੱਜਣਾ ਨਹੀਂ ਚਾਹੀਦਾ। ਪੰਜਾਬ ਦੀਆਂ ਪ੍ਰੋਬਲਮ ਨੂੰ ਫੇਸ ਕਰਕੇ ਉਹਨਾਂ ਦਾ ਹੱਲ ਕਰਨਾ ਚਾਹੀਦਾ। ਪੰਜਾਬ ਦੀਆਂ ਪ੍ਰੋਬਲਮਸ ਗਿਣਾਉਣੀਆਂ ਬਹੁਤ ਸੌਖੀਆਂ ਨੇ। ਪੰਜਾਬ ਦੀਆਂ ਮੁਸ਼ਕਲਾਂ ਦੇ ਹੱਲ ਲੱਭਣੇ ਔਖੇ ਨੇ, ਉਹ ਲੱਭਣੇ ਚਾਹੀਦੇ ਨੇ ਤੇ ਪੰਜਾਬ ਨੂੰ ਬਚਾਉਣਾ ਚਾਹੀਦਾ। ਆਮ ਤੌਰ 'ਤੇ ਇਹ ਕਹਾਵਤਾਂ ਚੱਲਦੀਆਂ ਨੇ ਕਿ ਅੱਜ ਕੱਲ੍ਹ AGPC ਦੇ ਮੈਂਬਰ ਕੋਈ ਸੋਨੇ ਦਾ ਦੰਦ ਲਵਾਈ ਫਿਰਦਾ, ਕੋਈ ਨਗ ਪਾਈ ਫਿਰਦਾ। ਤੇ ਮੈਂ ਹੱਸਦਾ ਹੁੰਦਾ ਕਿ ਜਿੱਦਾਂ ਦਾ ਇੱਥੇ ਸਿਨੈਰੀਓ ਚੱਲ ਰਿਹਾ ਕਿ ਆਉਣ ਵਾਲੇ ਸਮੇਂ 'ਚ ਬੀੜੀਆਂ ਪੀਣ ਵਾਲੇ AGPC ਮੈਂਬਰ ਬਣਨਗੇ ਜੇ ਤੁਸੀਂ ਇੱਥੇ ਨਹੀਂ ਰਹੋਗੇ। ਜਿੰਨੀ ਇੱਥੋਂ ਦੀ ਜਿਹੜੀ ਆ
ਬਾਹਰ ਦੇ ਸੂਬਿਆਂ ਤੋਂ ਇੱਥੋਂ ਦੀ ਮਾਈਗ੍ਰੇਸ਼ਨ ਹੋ ਰਹੀ ਆ। ਸੋ ਸਾਨੂੰ ਇੱਥੇ ਸਥਿਰਤਾ ਲਿਆਉਣੀ ਚਾਹੀਦੀ ਹੈ। ਨੌਜਵਾਨਾਂ ਨੂੰ ਇਹ ਬੇਨਤੀ ਆ ਕਿ ਨੌਜਵਾਨ ਇੱਥੇ ਲੜਨ, ਇਸ ਸਿਸਟਮ ਨਾਲ ਲੜਨ। ਜੇ ਆਪਾਂ ਇਥੋਂ ਗੁਰੂਆਂ ਦੀ ਧਰਤੀ ਨੂੰ ਛੱਡ ਕੇ ਚਲੇ ਗਏ ਤੇ ਇਹ ਬੜੀ ਮਾੜੀ ਗੱਲ ਆ। ਆਪਾਂ ਨੂੰ ਇਸ ਸਿਸਟਮ ਨੂੰ ਚੇਂਜ ਕਰਨਾ ਪਊਗਾ। ਜੇ ਕਿਸੇ ਮਜਬੂਰੀ ਬਸ ਬਾਹਰ ਚਲੇ ਵੀ ਗਏ ਤਾਂ ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ। ਮੈਨੂੰ ਲੱਗਦਾ ਕਿ ਜੇ ਤੁਸੀਂ ਉੱਧਰ ਜਾ ਕੇ ਇੱਕ ਵਧੀਆ ਜ਼ਿੰਦਗੀ ਜੀ ਰਹੇ ਹੋ, ਉਸ ਤੋਂ ਬਾਅਦ ਜੇ ਇਨਵੈਸਟ ਕਰਨ ਦਾ ਮੌਕਾ ਮਿਲਦਾ ਤਾਂ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਇਨਵੈਸਟ ਕਰਕੇ ਪੰਜਾਬ ਨੂੰ ਓਪਰਚੁਨਿਟੀਜ਼ ਹੈਗੀਆਂ ਨੇ। ਅਸੀਂ ਹੁਣ ਜਦੋਂ ਅਸੀਂ ਸਟੂਡੈਂਟ ਸੀ, ਸਾਡੇ ਕੋਲ ਬੜੇ ਵਧੀਆ ਮੌਕੇ ਸੀ ਕਿ ਅਸੀਂ ਉੱਥੇ ਬੜੀ ਅੱਛੀ ਲਾਈਫ ਰਹਿ ਸਕਦੇ ਸੀ, ਪਰ ਅਸੀਂ ਇੱਕ ਦਿਲ 'ਚ ਇਹ ਗੱਲ ਤਈਆ ਕੀਤਾ ਸੀ ਕਿ ਜਿਨ੍ਹਾਂ ਸਕੂਲਾਂ 'ਚ ਪੜ੍ਹੇ ਆ, ਜਿਨ੍ਹਾਂ ਮੁਲਕ ਜਿਹੜੇ ਸੂਬੇ ਲਈ ਅਸੀਂ ਤਰੱਕੀ ਕਰਨ ਦੀ ਚਾਹ ਰੱਖੀ ਆ, ਅਸੀਂ ਉਸ ਸੂਬੇ ਲਈ ਜ਼ਰੂਰ ਕਿਸੇ ਦਿਨ ਕੰਮ ਕਰਾਂਗੇ। ਔਰ ਇਸ ਗੱਲ ਦੀ ਖੁਸ਼ੀ ਮਿਲਦੀ ਆ ਕਿ ਆਪਣੇ ਅਸੀਂ ਸੂਬੇ ਲਈ ਠੀਕ ਕੰਮ ਕਰ ਰਹੇ ਹਾਂ, ਭਾਵੇਂ ਥੋੜ੍ਹਾ ਕਰ ਰਹੇ ਹਾਂ। ਜੇ ਥੋੜ੍ਹਾ ਕਰਕੇ ਸਾਰੇ ਅਸੀਂ ਇਹ ਸੋਚਦੇ ਆ ਜਾਈਏ ਤੇ ਅਸੀਂ ਪੰਜਾਬ ਬਦਲ ਦਾਂਗੇ। ਕਿਉਂਕਿ ਇਸ ਗੱਲ ਨੂੰ ਕੋਈ ਮਹਿਸੂਸ ਹੀ ਨਹੀਂ ਕਰਦਾ ਕਿ ਜਿਹੜੇ ਬਾਹਰ ਦੇ ਸੂਬਿਆਂ ਦੇ ਲੋਕ ਨੇ ਉਹ ਪੋਲੀਟੀਕਲੀ ਬੜੇ ਅਵੇਅਰ ਨੇ। ਯੰਗ ਜਿਹੜੇ ਮੁੰਡੇ ਨੇ ਉਹ ਜਿਹੜਾ ਪੋਲੀਟਿਕਸ 'ਚ ਆ ਰਹੇ ਨੇ, ਉਹ MP ਬਣ ਰਹੇ ਨੇ, MLA ਬਣ ਰਹੇ ਨੇ। ਸਾਡੇ ਇੱਥੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਹੱਥ ਕੰਬਦੇ ਨੇ, ਉਹ ਕੁਰਸੀ ਛੱਡਣ ਨੂੰ ਤਿਆਰ ਨਹੀਂ, ਕਿਉਂਕਿ ਬਜ਼ੁਰਗ ਕੋਈ ਜਿਹੜਾ ਵਾ ਇਸ ਗੱਲ ਨੂੰ ਚਾਹੁੰਦਾ ਹੀ ਨਹੀਂ। ਤੇ ਹੁਣ ਜੇ ਨੌਜਵਾਨ ਤਕੜੇ ਹੋ ਜਾਣ ਤੇ ਆਪਣੀ ਜਿਹੜੀ ਆ ਇਹ ਪੋਲੀਟਿਕਸ ਦੇ ਵਿੱਚ ਚੰਗੀ ਪੋਲੀਟਿਕਸ, ਮੈਂ ਕਹੂੰਗਾ ਕਿ ਚੰਗੀ ਪੋਲੀਟਿਕਸ ਨੂੰ ਸਾਂਭਣ, ਹੈਲਦੀ ਪੋਲੀਟਿਕਸ ਕਰਨ, ਤੇ ਪੰਜਾਬ ਦੀ ਜਿਹੜੀ ਆ ਤਕਦੀਰ ਜ਼ਰੂਰ ਬਦਲ ਜਾਏਗੀ। ਬਹੁਤ ਸ਼ੁਕਰੀਆ ਦਿਲਸ਼ੇਰ ਜੀ, ਤੁਸੀਂ ਸਮਾਂ ਦਿੱਤਾ। ਮੈਨੂੰ ਲੱਗਦਾ ਬਹੁਤ ਸਾਰੇ ਮਸਲੇ ਅੱਜ ਲੋਕਾਂ ਦੇ ਬਾਰੇ ਕਾਫੀ ਇਹ ਚੀਜ਼ਾਂ ਹੁੰਦੀਆਂ ਕਿ ਲੋਕਾਂ ਨੂੰ ਇੱਕ ਪੱਖ ਦੀਦਾ ਹੁੰਦਾ, ਪਰ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਲੁਕੀਆਂ ਹੁੰਦੀਆਂ ਨੇ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ। ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਸੋ ਇਹ ਸਨ ਐਡਵੋਕੇਟ ਦਿਲਸ਼ੇਰ ਸਿੰਘ ਜੀ, ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸ ਤਰੀਕੇ ਨਾਲ ਪੂਰੇ ਸਿਨੈਰੀਓ ਨੂੰ ਸਮਝਦੇ ਨੇ। ਬਹੁਤ ਸਾਰੀਆਂ ਬਰੀਕ ਚੀਜ਼ਾਂ ਉਦਾਹਰਨਾਂ ਦੇ ਨਾਲ ਤੁਹਾਨੂੰ ਸਮਝਾਈਆਂ ਨੇ ਕਿ ਕਿਸ ਤਰੀਕੇ ਨਾਲ ਸਿਸਟਮ ਦੇ ਵਿੱਚ ਬਹੁਤ ਸਾਰੇ ਇਨੋਸੈਂਟ ਲੋਕਾਂ ਦੇ ਨਾਲ ਵੀ ਧੱਕਾ ਹੋ ਰਿਹਾ ਹੈ। ਇਸੇ ਕਰਕੇ ਨੌਜਵਾਨ ਕਿਤੇ ਨਾ ਕਿਤੇ ਨਿਰਾਸ਼ ਹੋ ਕੇ ਬਾਹਰ ਜਾ ਰਹੇ ਨੇ, ਪਰ ਨਾਲ ਦੇ ਨਾਲ ਹੱਲ ਵੀ ਦੱਸ ਰਹੇ ਨੇ ਕਿ ਸਾਨੂੰ ਲੜਨਾ ਪਊਗਾ। ਜੇ ਆਪਣੇ ਸੰਘਰਸ਼ ਨਹੀਂ ਕਰਾਂਗੇ, ਸੰਘਰਸ਼ ਤੋਂ ਦੂਰ ਹੋਵਾਂਗੇ, ਤਾਂ ਹੋ ਸਕਦਾ ਕਿ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਤੇ ਵੀ ਵੱਡੇ ਕਿੰਤੂ ਪਰੰਤੂ ਸਵਾਲ ਜਿਹੜੇ ਨੇ ਖੜੇ ਹੋ ਜਾਣ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀ ਟਿੱਪਣੀ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇਹ ਤੁਹਾਡੇ ਤੋਂ ਅੱਗੇ ਲੈਣੀ ਹੈ। ਬਹੁਤ ਬਹੁਤ ਧੰਨਵਾਦ।